ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਨਾਵਾ। ਹਰ ਜੂ ਰਾਖ ਲੇਹੁ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ। ਸਰਣ ਗਹੀ ਕਿਰਪਾ ਨਿਧ ਤੇਰੀ, ਹਰ ਜੂ ਰਾਖ ਲੇਹੁ ਪਤ ਮੇਰੀ। ਜਮ ਕੋ ਤਰਾਸ ਭਇਓ ਔਰ ਅੰਤਰ। ਸਰਣ ਗਹੀ ਕਿਰਪਾ ਨਿਧ ਤੇਰੀ, ਰਹਾਉ। ਮਹਾਪਤਿਤ ਮੁਗਧ ਲੋਭੀ ਫੁਨ, ਕਰਤ ਪਾਪ ਅਬਹਾਰਾ। ਭੈ ਮਰਬੇ ਕੋ ਬਿਸਰਤ ਨਾਹਿਨ, ਤਿਹ ਚਿੰਤਾ ਤਨ ਜਾਰਾ। ਕੀਏ ਉਪਾਵ ਮੁਕਤ ਕੇ ਕਾਰਨ, ਦਹਿ ਦਿਸ ਕਉ ਉਠ ਤਾਇਆ। ਘਟ ਹੀ ਭੀਤਰ ਬਸੈ ਨਿਰੰਜਨ, ਤਾਕੋ ਮਰਮ ਨਾ ਪਾਇਆ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸਰਣਾਗਤ, ਅਪੈ ਦਾਨ ਪ੍ਰਭ ਦੀਜੈ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸਰਣਾਗਤ, ਅਪੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। आप जी जितने भी गुरु प्यारे
ਸਤ ਸੰਗੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਬ ਸਤਿਕਾਰ ਦੇ ਸੰਯੁਕਤ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਹੁਕਮਨਾਮੇ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਜੋ ਕਥਾ ਵਿਚਾਰ ਹੈ, ਆਪਾਂ ਸਾਰੀਆਂ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਨਾਲ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਮਹਾਨ ਪਾਵਨ ਪਵਿੱਤਰ ਜੋ ਦਿਹਾੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਨ ਦਾ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਮਨਾ ਰਹੀਆਂ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਨਿਰਗੁਣ ਸਰੂਪ ਤੋਂ ਆਪਣਾ ਸਰਗੁਣ ਵਿਅਕਤੀਗਤ ਸਰੂਪ ਧਾਰਨ ਕਰਕੇ ਮਾਤ ਲੋਕ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਕੀਤੇ, ਕਿਉਂਕਿ ਉਸ ਵੇਲੇ ਜਿਹੜੀ ਇਹ ਧਰਤੀ ਸੀ ਸੜਦੀ ਬਲਦੀ ਸੀ ਪਾਪਾਂ ਦੀ ਅਗਨੀ ਨਾਲ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਫਿਰ ਆਪ ਇਸ ਧਰਤੀ ਦਾ ਜਿਹੜਾ ਵਜਨ ਸੀ ਪਾਪਾਂ ਦਾ ਉਤਾਰਨ ਵਾਸਤੇ, ਲੋਕਾਂ ਨੂੰ ਕੁਕਰਮਾਂ ਤੋਂ ਰਾਹਤ ਦਿਵਾਉਣ ਵਾਸਤੇ, ਜੀਵਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਨ ਵਾਸਤੇ, ਮਨਾਂ ਵਿੱਚ ਸ਼ਾਂਤੀ ਵਰਤਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਸਰੂਪ ਪ੍ਰਗਟ ਕੀਤਾ। ਫਿਰ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਜਿੱਥੇ ਵੀ ਵਿਚਰੇ ਨੇ, ਕਦੇ ਸਿੱਧ ਨਾਥਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਦੀਆਂ ਗੋਸ਼ਟੀਆਂ ਹੁੰਦੀਆਂ, ਉੱਥੇ ਸਿੱਧ ਗੋਸ਼ਟ ਬਾਣੀ ਦਾ ਉਚਾਰਨ ਸਤਿਗੁਰੂ ਕਰਦੇ ਨੇ। ਕਦੇ ਦੀਪਾਲਪੁਰ ਨਗਰ ਦੀ ਧਰਤੀ 'ਤੇ ਕੋੜੀ ਦੇ ਨਾਲ ਮਿਲਾਪ ਹੁੰਦਾ ਸਤਿਗੁਰਾਂ ਦਾ, ਉਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਦੇ ਨੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਕਦੇ ਸੱਜਣ ਦੇ ਦਰਵਾਜ਼ੇ 'ਤੇ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਰੱਖਿਆ ਕਰਨ ਵਾਸਤੇ ਖੜ੍ਹਦੇ ਨੇ, ਉਹਨੂੰ ਅਸਲੀ ਸੱਜਣ ਬਣਾਉਣ ਵਾਸਤੇ ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਸ਼ਬਦ ਸੱਜਣ ਦੇ ਪ੍ਰਥਾਏ ਸਤਿਗੁਰੂ ਉਚਾਰਨ ਕਰਦੇ ਨੇ। ਇਸ ਲਈ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕਬਾਦ ਚਰਨ ਪਏ,
ਕਿਸੇ ਗੁਰਮੁਖ ਪਿਆਰੇ ਜਗਿਆਸੂ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਵਾਰਤਾ ਹੋਈ। ਕਿਸੇ ਸੰਗਤ ਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਈ। ਫਿਰ ਜਿਹੜੀ ਜਿਹੜੀ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨੇ, ਉੱਥੇ ਉੱਥੇ ਬਾਣੀ ਉਚਾਰਨ ਕੀਤੀ ਤੇ ਉਹਨਾਂ ਗੁਰਸਿੱਖਾਂ ਨੂੰ ਬਚਨ ਕਰ ਦਿੱਤੇ, ਭਾਈ ਇਸ ਬਾਣੀ ਦਾ ਸ਼ਬਦ ਦਾ ਜਿਹੜਾ ਅਭਿਆਸ ਕਰਨਾ, ਇਹਦੇ ਨਾਲ ਤੁਹਾਡੀ ਕਲਿਆਣ ਹੋਵੇਗੀ, ਮੁਕਤੀ ਪ੍ਰਾਪਤ ਹੋਵੇਗੀ, ਮਨ ਨੂੰ ਸ਼ਾਂਤੀ ਵਰਤੇਗੀ। ਇਸੇ ਤਰ੍ਹਾਂ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬੇਅੰਤ ਜਿਹੜੀਆਂ ਐਸੀਆਂ ਬਾਣੀਆਂ ਉਚਾਰਨ ਕੀਤੀਆਂ ਤੇ ਅੱਗੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਮੁੱਚੀ ਜਿਹੜੀ ਬਾਣੀ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ, ਇਹ ਸਮੁੱਚੀਆਂ ਜਿਹੜੀਆਂ ਪੋਥੀਆਂ ਗੋਇੰਦਵਾਲ ਸਾਹਿਬ ਦੇ ਵਿੱਚ ਬਾਬਾ ਮੋਹਨ ਜੀ ਦੇ ਕੋਲ ਪਈਆਂ ਨੇ। ਬੜਾ ਲੰਬਾ ਇਤਿਹਾਸ ਹੈ, ਸਮਾਂ ਬੜਾ ਸੀਮਤ ਹੋਣ ਕਰਕੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਸੁਭਾਏਮਾਨ ਹੋਏ ਨੇ, ਬਚਨ ਤਾਂ ਪਹਿਲਾਂ ਕਰ ਦਿੱਤੇ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋਹਿਤਾ ਬਾਣੀ ਕਾ ਬੋਹਿਥਾ, ਇਹ ਬਾਣੀ ਦਾ ਬੋਹਿਥਾ ਜਹਾਜ਼ ਤਿਆਰ ਕਰਨਗੇ, ਬੇਅੰਤ ਬਾਣੀ ਆਪਣੀ ਰਸਨਾ ਤੋਂ ਉਚਾਰਨ ਕਰਨਗੇ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਨ ਵਿੱਚ ਇਹ ਸੰਕਲਪ ਲਿਆਂਦਾ ਕਿ ਕੁਝ ਜਿਹੜੇ ਕਵੀ ਲੋਕ ਨੇ ਕਵਿਤਾ ਬਣਾਉਂਦੇ ਨੇ, ਆਪਣੀ ਕਵਿਤਾ ਬਣਾ ਕੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾ ਦਿੰਦੇ ਨੇ। ਸੰਗਤਾਂ ਵਿੱਚ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਇਹ ਜਿਹੜੀ ਕਵਿਤਾ, ਇਹ ਬਾਣੀ ਹੈ, ਇਹ ਛੰਦਾਬੰਦੀ ਦੀ ਰਚਨਾ ਇਹ ਗੁਰੂ ਨਾਨਕ ਸਾਹਿਬ ਦੀ ਹੋਵੇਗੀ। ਕੱਲ੍ਹ ਨੂੰ ਐਸਾ ਸਮਾਂ ਆ ਜਾਣਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਮੂਲ ਬਾਣੀ ਦੇ ਨਾਲ ਬਹੁਤ ਸਾਰੇ ਸ਼ਬਦਾਂ ਦਾ ਲੋਕਾਂ ਨੇ ਮਿਲਾਪ ਕਰ ਦੇਣਾ। ਫਿਰ ਲੋਕਾਂ ਦੇ ਮਨਾਂ ਅੰਦਰ, ਸੰਗਤਾਂ ਦੇ ਮਨਾਂ ਵਿੱਚ ਜਿਹੜਾ ਸ਼ੰਕਾ ਬਣੇਗਾ, ਸ਼ਰਧਾ ਟੁੱਟ ਜਾਵੇਗੀ। ਜਦੋਂ ਸ਼ੰਕਾ ਬਣਦਾ ਸ਼ਰਧਾ ਟੁੱਟ ਜਾਂਦੀ, ਤੇ ਜਦੋਂ ਸ਼ਰਧਾ ਚਲੀ ਗਈ ਤੇ ਨਾਲ ਹੀ ਸਿੱਖੀ ਵੀ ਚਲੀ ਜਾਂਦੀ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਕਰਨ ਦੇ ਵਾਸਤੇ ਸਿੱਖਾਂ ਦੇ ਰਾਹੀਂ, ਮਸੰਦਾਂ ਦੇ ਰਾਹੀਂ ਸੰਗਤਾਂ ਨੂੰ ਹੁਕਮਨਾਮੇ ਲਿਖੇ ਨੇ। ਇਸ ਪਾਵਨ ਪਵਿੱਤਰ ਅੰਮ੍ਰਿਤਸਰ ਦੀ ਨਗਰੀ ਤੋਂ ਹੁਕਮਨਾਮੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗਏ। ਉਹਨਾਂ ਹੁਕਮਨਾਮਿਆਂ ਵਿੱਚ ਸ਼ਬਦ ਕੀ ਲਿਖੇ ਗਏ ਨੇ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ, ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਕਿਸੇ ਵੀ ਗੁਰੂ ਪਿਆਰੇ ਕੋਲ ਸਤਿਗੁਰੂ ਦੇ ਲਿਖੇ ਹੋਏ ਸ਼ਬਦ ਪਏ ਹੋਣ, ਸਤਿਗੁਰੂ ਦੀ ਜਿੱਥੇ ਜਿੱਥੇ ਬਾਣੀ ਹੈ ਉਹ ਸਾਰੀ ਇੱਥੇ ਅੰਮ੍ਰਿਤਸਰ ਦੀ ਧਰਤੀ 'ਤੇ ਲਿਆਂਦੀ ਜਾਵੇ। ਗ੍ਰੰਥ ਸਾਹਿਬ ਤਿਆਰ ਹੋਵੇਗਾ, ਉਸ ਵਿੱਚ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਬਾਣੀ ਦਰਜ ਕਰਾਂਗੇ। ਉਸ ਵੇਲੇ ਸਾਧ ਸੰਗਤ ਜੀ ਫਿਰ ਸੰਗਲਾ ਦੀਪ ਦਾ ਜਿਹੜਾ ਰਾਜਾ ਸ਼ਿਵਨਾਭ ਸੀ, ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਣ ਸੰਗਲੀ ਜਿਹੜਾ ਗ੍ਰੰਥ ਦਿੱਤਾ ਸੀ, ਉਸ ਵੇਲੇ ਉਚਾਰਨ ਕਰਕੇ, ਲਿਖ ਕਰਕੇ, ਇਹਦੇ ਵਿੱਚ ਪ੍ਰਾਣ ਕਿਵੇਂ ਚਾੜਨੇ ਨੇ, ਕਿਵੇਂ ਦਸਮ ਦਵਾਰ ਵਿੱਚ ਟਿਕਾਉਣੇ ਨੇ, ਕਿਵੇਂ ਉਤਾਰਨੇ ਨੇ, ਇਹ ਸਾਰੀਆਂ ਵਿਧੀਆਂ ਲਿਖੀਆਂ ਹੋਈਆਂ ਸੀ। ਕਿਉਂਕਿ ਉਸ ਵੇਲੇ ਜਿਹੜੇ ਰਾਜੇ ਮਹਾਰਾਜੇ ਲੋਕ ਜੋਗੀਆਂ ਦੇ ਉਪਾਸ਼ਕ ਸਨ ਤੇ ਉਹ ਹਠ ਯੋਗ ਨੂੰ ਪ੍ਰਧਾਨਤਾ ਦਿੰਦੇ ਸੀ। ਸਤਿਗੁਰੂ ਪਾਤਸ਼ਾਹ ਤੋਂ ਉਪਦੇਸ਼ ਲਿਆ ਸੀ ਸ਼ਿਵਨਾਭ ਰਾਜੇ ਨੇ। ਉਹ ਜਿਹੜੀ ਪ੍ਰਾਣ ਸੰਗਲੀ ਗ੍ਰੰਥ ਸੀ, ਪੋਥੀ ਸੀ, ਉਹ ਵੀ ਇਸ ਅੰਮ੍ਰਿਤਸਰ ਦੀ ਧਰਤੀ 'ਤੇ ਭਾਈ ਪੈੜਾ ਮੋਖਾ ਜੀ ਲੈ ਕੇ ਆਏ। ਜਿਹੜੀ ਰਤਨ ਮਾਲਾ ਹੈ, ਇਹ ਸਾਧ ਸੰਗਤ ਜੀ ਕਾਬਲ ਦੇ ਵਿੱਚੋਂ ਇਸ ਧਰਤੀ 'ਤੇ ਆਈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਉਚਾਰਨ ਕੀਤੀ। ਇਸੇ ਪ੍ਰਕਾਰ ਕਰਨੀ ਨਾਮਾ ਹੈ, ਜਿਹੜਾ ਮੱਕੇ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ, ਇਹ ਉੱਥੋਂ ਲਿਆਂਦਾ ਗਿਆ। ਸਾਰੀਆਂ ਜਦੋਂ ਬਾਣੀਆਂ ਜਿੱਥੇ ਜਿੱਥੇ ਸਿੱਖਾਂ ਕੋਲ ਪਈਆਂ ਸੀ, ਜਦੋਂ ਸਤਿਗੁਰਾਂ ਨੇ ਆਪਣੇ ਕੋਲ ਮੰਗਾਈਆਂ, ਉਹਨਾਂ ਨੂੰ ਵਾਚਿਆ, ਵੇਖਣਾ ਕੀਤਾ ਕਿ ਗੁਰਸਿੱਖਾਂ ਨੂੰ ਹਾਠ ਯੋਗ ਦੇ ਮਗਰ ਨਹੀਂ ਲਾਉਣਾ ਹੈ। ਪ੍ਰਾਣ ਸੰਗਲੀ ਜਿਹੜਾ ਗ੍ਰੰਥ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਨੂੰ ਗੁਰਬਾਣੀ ਵਿੱਚ ਦਰਜ ਨਹੀਂ ਕਰਾਂਗੇ। ਗੁਰਸਿੱਖ ਪੜ੍ਹ ਸਕਦੇ ਨੇ ਆਪਣੀ ਨੌਲੇਜ ਲੈਣ ਵਾਸਤੇ, ਕਿਸੇ ਜੋਗੀ ਨਾਲ ਵਿਚਾਰ ਕਰਨ ਵਾਸਤੇ, ਗਿਆਨ ਲੈਣਾ ਕੋਈ ਮਾੜੀ ਗੱਲ ਨਹੀਂ ਹੈ।
ਜਿਨੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮੂਲ ਰੂਪ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੇਖੀ, ਜਿਸ ਬਾਣੀ ਵਿੱਚ ਰੱਤੀ ਮਾਤਰ ਵੀ ਕੋਈ ਰਲਾ ਮਿਲਾ ਨਹੀਂ ਕੀਤਾ ਗਿਆ, ਉਹਨਾਂ ਬਾਣੀਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਦਰ ਦਰਜ ਕਰਨ ਦਾ ਨਿਰਣਾ ਲਿਆ। ਬਾਕੀ ਇਹ ਵੀ ਕਹਿ ਦਿੱਤਾ ਸੀ, ਕੋਈ ਗੁਰੂ ਦਾ ਪਿਆਰਾ ਨਾਮ ਵਿੱਚ ਰੰਗੀ ਹੋਈ ਰੂਹ, ਜੇਕਰ ਕਿਸੇ ਨੇ ਕੋਈ ਬਾਣੀ ਉਚਾਰਨ ਕੀਤੀ ਪਰਮਾਤਮਾ ਦੇ ਮਿਲਾਪ ਵਾਲੀ, ਉਹ ਵੀ ਆ ਸਕਦਾ ਹੈ। ਫਿਰ ਲਾਹੌਰ ਦੇ ਵਿੱਚੋਂ ਭਗਤ ਆਏ ਸੀ ਚੱਲ ਕਰਕੇ, ਜਿਹੜੇ ਛੱਜੂ ਵਰਗੇ, ਕਾਨੇ ਵਰਗੇ, ਸ਼ਾਹ ਹੁਸੈਨ ਵਰਗੇ, ਇਹਨਾਂ ਦੀਆਂ ਜਦੋਂ ਬਾਣੀਆਂ ਸਤਿਗੁਰਾਂ ਨੇ ਕਵਿਤਾ ਸੁਣੀਆਂ, ਉਹਨਾਂ ਵਿੱਚ ਵੀ ਪਰਮਾਰਥ ਦਾ ਗਿਆਨ ਨਹੀਂ ਦਿਸਿਆ। ਕਿਸੇ ਦੇ ਅੰਦਰ ਖੁਸ਼ਕ ਜਿਹੜਾ ਬਿਦਾਂਤ ਹੀ ਚਮਕਦਾ ਪਿਆ ਸੀ। ਸਤਿਗੁਰੂ ਕਹਿੰਦੇ ਐਸਾ ਖੁਸ਼ਕ ਜਿਹੜਾ ਬਿਦਾਂਤ ਪੜ੍ਹਾ ਕੇ ਗੁਰਸਿੱਖਾਂ ਨੂੰ ਨਾਸਤਕ ਨਹੀਂ ਕਰਨਾ ਹੈ। ਜਿਸ ਦੇ ਵਿੱਚ ਗੁਰਮਤਿ ਦੀ ਐਸੀ ਸੇਧ ਹੋਵੇ, ਕਿੱਡਾ ਵੱਡਾ ਬ੍ਰਹਮ ਗਿਆਨੀ ਕਿਉਂ ਨਾ ਬਣ ਜਾਵੇ, ਗੁਰੂ ਦਾ ਸਿੱਖ ਕਦੇ ਇਹ ਨਹੀਂ ਕਹੇਗਾ ਮੈਂ ਪ੍ਰਮਾਤਮਾ ਹਾਂ। ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ। ਫਿਰ ਜਿਹੜੀ ਵੱਡੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਬਾਬਾ ਮੋਹਨ ਜੀ ਦੇ ਚੁਬਾਰੇ ਵਿੱਚ ਇਹ ਪੋਥੀਆਂ ਸੈਂਚੀਆਂ ਰੂਪ ਦੇ ਵਿੱਚ ਪਈਆਂ ਨੇ, ਉਹਨਾਂ ਨੂੰ ਲਿਆਉਣ ਦਾ ਨਿਰਣਾ ਮਨ ਵਿੱਚ ਹੋਇਆ। ਗੁਰਸਿੱਖਾਂ ਦੇ ਨਾਲ ਦੀਵਾਨ ਵਿੱਚ ਸਤਿਗੁਰਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਉਹ ਜਿਹੜੀ ਪਾਵਨ ਬਾਣੀ ਹੈ ਗੋਇੰਦਵਾਲ ਸਾਹਿਬ ਤੋਂ ਲਿਆਂਦੀ ਜਾਵੇ। ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰਾਂ ਨੇ ਹੁਕਮ ਨਹੀਂ ਕੀਤਾ, ਆਪ ਉੱਠ ਕੇ ਖੜੇ ਹੋ ਗਏ, ਮਹਾਰਾਜ ਇਹ ਕੰਮ ਮੈਂ ਕਰ ਸਕਦਾ ਹਾਂ, ਮੇਰੀ ਡਿਊਟੀ ਲਾ ਦਿਓ। ਤੇ ਸਤਿਗੁਰੂ ਪਾਤਸ਼ਾਹ ਖਾਮੋਸ਼ ਰਹੇ। ਸਤਿਗੁਰਾਂ ਦੇ ਕੋਲੋਂ ਭਾਈ ਗੁਰਦਾਸ ਜੀ ਗਏ ਨੇ ਗੋਇੰਦਵਾਲ ਦੀ ਧਰਤੀ ਤੇ, ਜਾ ਕੇ ਬਾਬਾ ਮੋਹਨ ਜੀ ਦੇ ਦਰਵਾਜ਼ੇ ਖੜਕਾਏ ਨੇ। ਉਹ ਸਮਾਧੀ ਵਿੱਚ ਲੀਨ ਬੈਠੇ ਨੇ, ਨਾ ਦਰਵਾਜ਼ਾ ਖੁੱਲ੍ਹਿਆ ਤੇ ਨਾ ਸਮਾਧੀ ਖੁੱਲ੍ਹੀ ਉਹਨਾਂ ਦੀ। ਵਾਪਸ ਮੁੜ ਆਏ ਭਾਈ ਗੁਰਦਾਸ ਜੀ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹ ਸੇਵਾ ਮੈਨੂੰ ਦਾਸ ਨੂੰ ਬਖਸ਼ ਦਿਓ। ਸਤਿਗੁਰੂ ਪਾਤਸ਼ਾਹ ਚੁੱਪ ਰਹੇ। ਬਾਬਾ ਬੁੱਢਾ ਸਾਹਿਬ ਜੀ ਵੀ ਗਏ ਨੇ, ਸਤਿਗੁਰੂ ਪਾਤਸ਼ਾਹ ਦੀ ਆਗਿਆ ਨਹੀਂ ਹੋਈ ਸੀ। ਇਸ ਲਈ ਜਦੋਂ ਜਾ ਕੇ ਦਰਵਾਜ਼ੇ ਖੜਕਾਏ, ਬਾਬਾ ਬੁੱਢਾ ਸਾਹਿਬ ਜੀ ਨੇ ਉੱਚੀ ਉੱਚੀ ਆਵਾਜ਼ਾਂ ਦਿੱਤੀਆਂ ਨੇ, ਤਾਂ ਬਾਬਾ ਮੋਹਨ ਦੀ ਸਮਾਧੀ ਵੀ ਨਹੀਂ ਖੁੱਲ੍ਹੀ ਤੇ ਦਰਵਾਜ਼ੇ ਵੀ ਨਹੀਂ ਖੁੱਲ੍ਹੇ। ਫਿਰ ਜਿਹੜੀ ਦਰਵਾਜ਼ੇ ਦੀ ਚੌਥੀ ਹੋਇਆ ਕਰਦੀ, ਉਹਨੂੰ ਬਾਬਾ ਜੀ ਨੇ ਪੁੱਟ ਦਿੱਤਾ ਤੇ ਅੰਦਰ ਚਲੇ ਗਏ। ਚੁਬਾਰੇ ਦੇ ਵਿੱਚ ਜਾ ਕੇ ਬਾਬਾ ਮੋਹਨ ਜੀ ਦੇ ਸਰੀਰ ਨੂੰ ਬੜੇ ਹਲੂਣੇ ਦਿੱਤੇ, ਕਦੇ ਸੱਜੇ ਕਦੇ ਖੱਬੇ ਹਿਲਾਉਂਦੇ ਨੇ, ਪਰੰਤੂ ਸਮਾਧੀ ਉਸ ਤਤ ਵੇਤੇ ਮਹਾਂਪੁਰਖ ਦੀ ਨਹੀਂ ਖੁੱਲ੍ਹੀ। ਬਾਬਾ ਜੀ ਵੀ ਵਾਪਸ ਆ ਗਏ ਬਾਬਾ ਮੋਹਰੀ ਜੀ ਦੇ ਬਚਨ ਸੁਣ ਕਰਕੇ। ਤਾਂ ਉਸ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸੰਗਤ ਜੀ ਆਪਾਂ ਸਾਰੇ ਇੱਥੋਂ ਪਾਲਕੀ ਲੈ ਕਰਕੇ ਗੁਰਬਾਣੀ ਨੂੰ ਲੈਣ ਵਾਸਤੇ ਜਾਣਾ ਹੈ। ਸਤਿਗੁਰੂ ਪਾਤਸ਼ਾਹ ਨੇ ਦੇਖੋ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਕਿਤਨੀ ਦੂਰ ਹੈ, ਇੱਥੋਂ ਸਤਿਗੁਰੂ ਨੰਗੇ ਚਰਨੀ ਤੁਰੇ ਨੇ। ਗੁਰਬਾਣੀ ਦਾ ਆਦਬ, ਗੁਰਬਾਣੀ ਦਾ ਸਤਿਕਾਰ ਕਰਨਾ ਸਾਨੂੰ ਸਿਖਾਇਆ ਹੈ। ਸਤਿਗੁਰਾਂ ਨੇ ਪਾਲਕੀ ਤਿਆਰ ਕੀਤੀ, ਸੁੰਦਰ ਚੰਦਨ ਦਾ ਚੌਰ ਸਾਹਿਬ ਤਿਆਰ ਕਰਵਾਇਆ, ਸੰਗਤਾਂ ਨੂੰ ਨਾਲ ਲੈ ਕੇ ਗੁਰਬਾਣੀ ਦਾ ਜਾਪ ਕਰਦੇ ਤੁਰੇ ਨੇ। ਜਦੋਂ ਸਾਧ ਸੰਗਤ ਜੀ ਉਸ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗਏ, ਧੰਨ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨਾਨਾ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਨਮਸਕਾਰ ਕੀਤੀ। ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੇਹੁਰੇ ਤੇ ਜਾ ਕੇ ਨਤਮਸਤਕ ਹੋਏ ਨੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਵਾਈਆਂ। ਫਿਰ ਚੁਬਾਰਾ ਸਾਹਿਬ ਦੇ ਵੱਲ ਨੂੰ ਚੱਲੇ, ਜਿੱਥੇ ਬਾਬਾ ਮੋਹਨ ਜੀ ਸਮਾਧੀ ਵਿੱਚ ਬੈਠੇ ਨੇ, ਜਿਨ੍ਹਾਂ ਕੋਲ ਸੈਂਚੀਆਂ ਨੇ, ਗੁਰਬਾਣੀ ਹੈ ਵੱਡੇ ਸਤਿਗੁਰਾਂ ਦੀ ਸੰਭਾਲ ਕੇ ਰੱਖੀ ਹੋਈ। ਤੇ ਪਰੰਤੂ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਪੁੱਤਰਾਂ ਨੂੰ, ਉੱਠੋ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਤਮਸਤਕ ਹੋਵੋ, ਇਹਨਾਂ ਦੇ ਅੰਦਰ ਸਾਡੀ ਜੋਤ ਹੈ, ਤਾਂ ਉਸ ਵੇਲੇ ਬਾਬਾ ਮੋਹਰੀ ਜੀ ਤਾਂ ਚਰਨਾਂ ਤੇ ਝੁਕ ਗਏ ਸੀ। ਬਾਬਾ ਮੋਹਨ ਜੀ ਕਹਿਣ ਲੱਗੇ, ਪਿਤਾ ਜੀ ਸਾਡੇ ਪਿਤਾ ਦੀ ਸੇਵਾ ਕਰਕੇ ਇੱਕ ਸੇਵਕ ਗੁਰਤਾ ਗੱਦੀ ਲੈ ਗਿਆ, ਸਾਡੇ ਮਨ ਤੇ ਸਦਾ ਤਪਦੇ ਨੇ, ਕਿਵੇਂ ਅਸੀਂ ਨਮਸਕਾਰ ਕਰ ਦਈਏ। ਬਾਬਾ ਮੋਹਨ ਜੀ ਨਹੀਂ ਝੁਕੇ ਸਨ।
ਤਾਂ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ, ਜੇ ਇੰਨਾ ਹੰਕਾਰ ਹੈ ਮਨ ਵਿੱਚ, ਸਦਾ ਤੁਸੀਂ ਤਪਦੇ ਰਹੋਗੇ। ਇਸੇ ਤਰ੍ਹਾਂ ਹੀ ਹੋਇਆ ਸੀ। ਸਮਾਧੀਆਂ ਬੜੀਆਂ ਲੱਗਦੀਆਂ ਸੀ ਬਾਬਾ ਮੋਹਨ ਜੀ ਦੀਆਂ। ਕੰਠ ਦੇ ਵਿੱਚ ਉਹਨਾਂ ਦੇ ਮੱਧਮਾ ਬਾਣੀ ਵਿੱਚ ਜਾਪ ਵੀ ਚੱਲਦਾ ਸੀ, ਪਰੰਤੂ ਮਨ ਦੀ ਸ਼ਾਂਤੀ ਨਹੀਂ ਬਣੀ ਸੀ। ਤੇ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾ ਗਏ, ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ, ਤੇ ਬਾਬਾ ਮੋਹਨ ਜੀ ਬੜੇ ਤਪਦੇ ਸੀ ਅੰਦਰੋਂ ਮਨ ਕਰਕੇ। ਇੱਕ ਦਿਨ ਅਰਦਾਸ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਰੱਖ ਕੇ, ਪਿਤਾ ਜੀ ਮੈਂ ਆਪ ਦੇ ਬਚਨ ਨਹੀਂ ਮੰਨ ਸਕਿਆ, ਉਸ ਵੇਲੇ ਕਿਰਪਾ ਕਰੋ ਮਨ ਨੂੰ ਸ਼ਾਂਤੀ ਆਵੇ। ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਫਿਰ ਅਨੁਭਵਤਾ ਦੇ ਦੁਆਰਾ ਕਿਹਾ ਸੀ, ਪੁੱਤਰ ਜੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਤੂੰ ਝੁਕ ਨਹੀਂ ਸਕਿਆ, ਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਦਾ ਬੋਹਿਥਾ ਜਹਾਜ਼ ਤਿਆਰ ਕਰਨਗੇ। ਉਹ ਤੁਹਾਡੇ ਕੋਲ ਪੋਥੀਆਂ ਲੈਣ ਵਾਸਤੇ ਆਉਣਗੇ, ਚਰਨਾਂ ਤੇ ਝੁਕ ਕਰਕੇ ਉਹਨਾਂ ਦੇ ਸ਼ਾਂਤੀ ਪ੍ਰਾਪਤ ਕਰ ਲਵੀ। ਉਹ ਬਚਨ ਜਿਹੜੇ ਉਡੀਕਦੇ ਸੀ ਬਾਬਾ ਮੋਹਨ ਜੀ, ਕਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆਉਣ। ਅੱਜ ਸਤਿਗੁਰੂ ਪਾਤਸ਼ਾਹ ਦੀ ਨਿਮਰਤਾ ਦੀ ਕੋਈ ਹੱਦ ਨਹੀਂ ਹੈ। ਕੋਈ ਭੁੰਜੇ ਸਤਿਗੁਰਾਂ ਨੇ ਕੋਈ ਪਲੰਘ ਨਹੀਂ ਲਗਵਾਇਆ, ਕੋਈ ਗੱਦਾ ਨਹੀਂ ਲਵਾਇਆ, ਇੱਥੋਂ ਤੱਕ ਕਿ ਕੋਈ ਦਰੀ ਵੀ ਧਰਤੀ ਤੇ ਨਹੀਂ ਵਿਛਾਣਾ ਕੀਤੀ। ਚਵਾਰਾ ਸਾਹਿਬ ਦੀ ਗਲੀ ਦੇ ਵਿੱਚ ਭੁੰਜੇ ਆਸਣ ਲਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਬੈਠ ਗਏ। ਜਦੋਂ ਸਾਧ ਸੰਗਤ ਉੱਥੇ ਬੈਠ ਕਰਕੇ ਅਕਾਲ ਪੁਰਖ ਜਿਹੜਾ ਮੋਹਨ ਸਾਰਿਆਂ ਦੇ ਮਨਾਂ ਨੂੰ ਮੋਹਣ ਵਾਲਾ ਹੈ, ਉਹਦੇ ਸਨਮੁਖ ਹੋ ਕੇ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਧੁਨਾਂ ਜਾ ਕਰਕੇ ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਪੈਂਦੀਆਂ ਨੇ। ਸਤਿਗੁਰੂ ਪਾਤਸ਼ਾਹ ਪਰਮਾਤਮਾ ਦੇ ਸਨਮੁਖ ਸ਼ਬਦ ਉਚਾਰਦੇ ਨੇ, ਤੇ ਬਾਬਾ ਮੋਹਨ ਜੀ ਦੇ ਮਨ ਵਿੱਚ ਖਿਆਲ ਆਉਂਦਾ ਵੀ ਮੇਰੀ ਵਡਿਆਈ ਹੋ ਰਹੀ ਹੈ। ਤਾਂ ਉਸ ਵੇਲੇ ਸਾਧ ਸੰਗਤ ਜੀ ਫਿਰ ਇਹਨੇ ਸਮਾਧੀ ਵਿੱਚੋਂ ਬਾਬਾ ਮੋਹਨ ਜੀ ਨੇ ਉੱਠਣਾ ਕੀਤਾ। ਚੁਬਾਰੇ ਦੀਆਂ ਜਦੋਂ ਖਿੜਕੀਆਂ ਖੋਲ੍ਹ ਕੇ ਬਾਹਰ ਵੇਖਿਆ, ਨਿਮਰਤਾ ਦੀ ਹੱਦ, ਸ਼ਾਂਤ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਭੁੰਜੇ ਬੈਠੇ ਨੇ। ਨਾਲ ਸੰਗਤਾਂ ਨੇ ਸੁੰਦਰ ਪਾਲਕੀ ਲੈ ਕੇ ਆਏ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਇਹਨੇ ਦਰਵਾਜ਼ੇ ਖੋਲ੍ਹ ਦਿੱਤੇ। ਸਤਿਗੁਰੂ ਪਾਤਸ਼ਾਹ ਇਹ ਪਾਵਨ ਗੁਰਬਾਣੀ ਦੇ ਚਾਰੇ ਹੀ ਜਿਹੜੇ ਪਦ ਹਨ, ਇਹਨਾਂ ਨੂੰ ਗਾਉਂਦੇ ਜਾ ਰਹੇ ਨੇ। ਤੇ ਜਦੋਂ ਸ਼ਬਦ ਦੀ ਸੰਪੂਰਨਤਾ ਹੋਈ, ਸਾਰੀਆਂ ਸੈਂਚੀਆਂ ਪੋਥੀਆਂ ਸੀਸ ਦੇ ਉੱਤੇ ਚੁੱਕ ਕਰਕੇ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਜਦੋਂ ਸਾਹਮਣੇ ਆ ਕੇ ਦਰਸ਼ਨ ਕੀਤੇ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ। ਉਸ ਵੇਲੇ ਮਨ ਨੂੰ ਸ਼ਾਂਤੀ ਵਰਤ ਗਈ। ਤੇ ਜਦੋਂ ਪੋਥੀਆਂ ਸਾਹਮਣੇ ਲਿਆ ਕਰਕੇ ਪਾਲਕੀ ਦੇ ਵਿੱਚ ਰੱਖੀਆਂ ਗਈਆਂ, ਤਾਂ ਬਾਬਾ ਮੋਹਨ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਨੂੰ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਮੈਂ ਆਪਣਾ ਜਿਹੜਾ ਸੀਸ ਆਪ ਦੇ ਚਰਨਾਂ ਤੇ ਲਾਉਣਾ ਚਾਹੁੰਦਾ ਹਾਂ। ਸਤਿਗੁਰੂ ਪਾਤਸ਼ਾਹ ਰੋਕਦੇ ਨੇ, ਤੁਸੀਂ ਸਾਡੇ ਮਾਮੇ ਲੱਗਦੇ, ਵੱਡੇ ਸਥਾਨ ਤੇ ਅਸੀਂ ਭਾਣਜੇ ਲੱਗਦੇ ਹਾਂ, ਸਾਡਾ ਫਰਜ਼ ਬਣਦਾ ਤੁਹਾਡਾ ਸਤਿਕਾਰ ਕਰੀਏ, ਐਸਾ ਨਹੀਂ ਹੋਵੇਗਾ। ਫਿਰ ਬਚਨ ਸੁਣਾਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜਾ ਅਨੁਭਵਤਾ ਦੇ ਨਾਲ ਬਚਨ ਕਿਹਾ ਸੀ, ਤੇਰੇ ਮਨ ਨੂੰ ਸ਼ਾਂਤੀ ਤਾਂ ਆਵੇਗੀ ਜੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਤੇਰਾ ਸੀਸ ਲੱਗੇਗਾ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕੋਈ ਬਚਨ ਨਹੀਂ ਕਿਹਾ। ਬਾਬਾ ਮੋਹਨ ਜੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਤੇ ਲਿਪਟ ਗਏ। ਉਸੇ ਵੇਲੇ ਮਨ ਬਿਲਕੁਲ ਸ਼ਾਂਤ ਹੋ ਗਿਆ, ਮਨ ਨੂੰ ਸ਼ਾਂਤੀ ਵਰਤ ਗਈ। ਫਿਰ ਘਰ ਦੇ ਵਿੱਚ ਲਿਜਾ ਕਰਕੇ ਬੜਾ ਸਤਿਕਾਰ ਕੀਤਾ। ਬਾਬਾ ਮੋਹਰੀ ਜੀ ਦਾ ਸਾਰਾ ਪਰਿਵਾਰ ਮਿਲਿਆ। ਉੱਥੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਲਕੀ ਦੇ ਵਿੱਚ ਪੋਥੀਆਂ ਜਿਹੜੀਆਂ ਸੈਂਚੀਆਂ ਨੇ ਰੱਖ ਕਰਕੇ ਆਪ ਨੰਗੇ ਚਰਨੀ ਚੌਰ ਸਾਹਿਬ ਦੀ ਸੇਵਾ ਕਰਦੇ ਉੱਥੋਂ ਤੁਰੇ ਨੇ। ਸੰਗਤਾਂ ਨੇ ਕਿਹਾ ਸੀ, ਮਹਾਰਾਜ ਆਪ ਜੀ ਪਾਲਕੀ ਵਿੱਚ ਬੈਠ ਜਾਵੋ, ਤੁਸੀਂ ਗੁਰੂ ਹੋ, ਗੁਰੂ ਨਾਨਕ ਦੀ ਜੋਤ ਹੋ, ਵੱਖਰੀ ਪਾਲਕੀ ਬਣਾ ਦਿੰਦੇ। ਸਤਿਗੁਰੂ ਪਾਤਸ਼ਾਹ ਨੇ ਪੂਰਨੇ ਪਾਉਣੇ ਸੀ ਸਾਨੂੰ ਕਿ ਚਾਹੇ ਦੁਨੀਆ ਵਿੱਚ ਕਿੱਡਾ ਵੱਡਾ ਕੋਈ ਦੇਹਧਾਰੀ ਗੁਰੂ ਵੀ ਕਿਉਂ ਨਾ ਬਣ ਜਾਵੇ, ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੀ ਬਾਣੀ ਦੀ ਬਰਾਬਰਤਾ ਨਹੀਂ ਹੋ ਸਕਦੀ ਹੈ।
ਸਤਿਗੁਰੂ ਪਾਤਸ਼ਾਹ ਉਥੋਂ ਫਿਰ ਬਾਬਾ ਦਾਤੂ ਜੀ ਨੂੰ ਮਿਲੇ ਨੇ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ। ਇਹਨਾਂ ਦੇ ਲੱਤ ਵਿੱਚ ਜਿਹੜਾ ਦਰਦ ਹੁੰਦਾ ਸੀ, ਇਹਨਾਂ ਨੂੰ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਤਲੇ ਸਮੇਂ ਕਹਿ ਦਿੱਤਾ ਸੀ ਕਿ ਇਹ ਤੁਹਾਡੀ ਲੱਤ ਦਾ ਜਿਹੜਾ ਦਰਦ, ਗੁਰੂ ਅਰਜਨ ਦੇਵ ਸਾਹਿਬ ਦੇ ਜਦੋਂ ਹੱਥ ਤੁਹਾਡੀ ਲੱਤ ਨੂੰ ਲੱਗ ਜਾਣਗੇ ਉਸ ਵੇਲੇ ਦੂਰ ਹੋਵੇਗਾ। ਪਰਉਪਕਾਰ ਕਰਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਜੀ ਬਾਬਾ ਮੋਹਨ ਜੀ ਨੂੰ ਸ਼ਾਂਤੀ ਵਰਤਾ ਕੇ ਬਾਬਾ ਦਾਤੂ ਜੀ ਨੂੰ ਮਿਲੇ, ਉਹਦੀ ਲੱਤ ਨੂੰ ਆਪਣਾ ਕਰ ਕਮਲ ਲਾ ਕੇ ਸਤਿਗੁਰਾਂ ਦਰਦ ਦੂਰ ਕੀਤਾ। ਇਸ ਲਈ ਸਤਿਗੁਰੂ ਪਾਤਸ਼ਾਹ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਪੁੱਜਦੇ ਨੇ। ਇੱਥੇ ਆ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਪਰਿਕਰਮਾ ਦੇ ਅੰਦਰ ਜਦੋਂ ਆਪਾਂ ਇਸ ਪਾਸਿਓਂ ਦਾਖਲ ਹੋਈਦਾ ਤੇ 68 ਘਾਟ ਜਿਹੜਾ ਬਣਿਆ ਹੋਇਆ, ਇੱਥੇ ਲਿਆ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਾਮ ਦੇ ਵਕਤ ਗੁਰਬਾਣੀ ਦੀਆਂ ਸੈਂਚੀਆਂ ਵਾਲੀ ਜਿਹੜੀ ਪਾਲਕੀ ਰੱਖੀ ਹੈ ਤੇ ਕੋਲ ਸਤਿਗੁਰੂ ਆਪ ਬੈਠੇ ਨੇ। ਇੱਥੇ ਜਦੋਂ ਦਰਸ਼ਨ ਦੀਦਾਰੇ ਕੀਤੇ ਹਨ ਗੁਰਬਾਣੀ ਦੇ, ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਇੱਥੇ ਇਹ ਸ਼ਬਦ ਉਚਾਰਨ ਕੀਤਾ ਸੀ, ਪੋਥੀ ਪਰਮੇਸ਼ਰ ਕਾ ਥਾਨ। ਇਹ ਜਿਹੜੀਆਂ ਪੋਥੀਆਂ ਸੈਂਚੀਆਂ, ਇਹ ਪਰਮੇਸ਼ਰ ਵਾਹਿਗੁਰੂ ਜੀ ਦਾ ਸਥਾਨ ਹੈ। ਇਹ ਪੋਥੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਜੀ ਵਸਦੇ ਨੇ। ਬੇਅੰਤ ਗੁਰਬਾਣੀ ਦੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ। ਸੰਗਤਾਂ ਜੁੜੀਆਂ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਸਾਰੀ ਰਾਤ ਇੱਥੇ ਅਖੰਡ ਕੀਰਤਨ ਕੀਤਾ ਜਾਵੇ। ਗੁਰਬਾਣੀ ਆਈ ਹੈ ਧੁਰ ਕੀ ਬਾਣੀ, ਜਿਹੜੀ ਗੋਇੰਦਵਾਲ ਸਾਹਿਬ ਤੋਂ ਲਿਆਂਦੀ ਗਈ। ਗੁਰਬਾਣੀ ਦਾ ਸਤਿਕਾਰ ਕੀਰਤਨ ਹੋਣਾ ਚਾਹੀਦਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਕੀਰਤਨ ਕੀਤਾ। ਭਾਈ ਗੁਰਦਾਸ ਸਾਹਿਬ ਜੀ ਕੀਰਤਨ ਕਰਨ ਲੱਗੇ। ਗੁਰੂ ਅਰਜਨ ਦੇਵ ਸਾਹਿਬ ਜੀ ਆਪ ਕੀਰਤੀ ਕਰਦੇ ਰਹੇ। ਸੰਗਤਾਂ ਸਾਰੀਆਂ ਜੁੜ ਕੇ ਸਾਰੀ ਰਾਤ ਇੱਥੇ ਅਖੰਡ ਕੀਰਤਨ ਹੋਇਆ। ਇੱਕ ਰਸ ਜਿਹੜਾ ਕੀਰਤਨ ਹੁੰਦਾ ਰਿਹਾ। ਸਾਧ ਸੰਗਤ ਜੀ ਉਸ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੁੰਦਾ, ਇਸ਼ਨਾਨ ਪਾਨ ਕਰਕੇ ਆਪਣਾ ਅਭਿਆਸ ਨਿਤਨੇਮ ਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਸੰਗਤਾਂ ਵਿੱਚ ਆਉਂਦੇ ਨੇ। ਬਾਬਾ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿਕ ਗੁਰਸਿੱਖਾਂ ਨੂੰ ਪੁੱਛਦੇ ਨੇ, ਕੋਈ ਐਸੀ ਜਗ੍ਹਾ ਦੀ ਚੋਣ ਕੀਤੀ ਜਾਵੇ ਜਿਹੜੀ ਜਗ੍ਹਾ ਬੜੀ ਇਕਾਂਤ ਹੋਵੇ, ਜਿੱਥੇ ਕਿਸੇ ਮਨੁੱਖ ਦੀ ਆਵਾਜਾਈ ਨਾ ਹੋਵੇ। ਤਾਂ ਉਹਦੀ ਖੋਜ ਕਰਨ ਵਾਸਤੇ ਸਤਿਗੁਰੂ ਆਪ ਤੁਰੇ ਨੇ। ਜਿਹੜੀ ਜਗ੍ਹਾ 'ਤੇ ਬੜੀਆਂ ਸੁੰਦਰ ਬੇਰੀਆਂ ਖੜੀਆਂ ਨੇ, ਬੜੀ ਹਰਿਆਵਲਤਾ ਹੈ, ਜਿਨ੍ਹਾਂ ਦੇ ਪੱਤਿਆਂ ਦੀ ਖੜਾਕ ਮਨ ਨੂੰ ਮੋਹਿਤ ਕਰਨ ਵਾਲੀ ਹੈ, ਬੜੀ ਸੀਤਲ ਮੰਦ ਮੰਦ ਜਿੱਥੇ ਹਵਾ ਵਗਦੀ ਹੈ, ਉਹ ਜਗ੍ਹਾ ਸਤਿਗੁਰਾਂ ਨੇ ਚੋਣ ਕੀਤੀ ਹੈ। ਕਿਹੜੀ ਜਗ੍ਹਾ ਹੈ? ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਦਾ ਨਾਮ ਦਿੱਤਾ ਗਿਆ। ਇਹ ਜਗ੍ਹਾ 'ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਚੋਣ ਕਰ ਲਈ ਸਥਾਨ ਦੀ, ਸੰਗਤਾਂ ਨੂੰ ਕਹਿ ਕੇ ਸਫਾਈਆਂ ਕਰਵਾਈਆਂ, ਪਾਣੀ ਦੇ ਛਿੜਕਾਅ ਕਰਵਾਏ ਨੇ, ਆਲੇ ਦੁਆਲੇ ਵੱਡੀਆਂ ਵੱਡੀਆਂ ਕਨਾਤਾਂ ਤਾਣ ਦਿੱਤੀਆਂ, ਪਰਦੇ ਕਰ ਦਿੱਤੇ ਗਏ। ਉਹਦੇ ਵਿੱਚ 2 ਤੰਬੂ ਲਗਵਾਉਣ ਦਾ ਸਤਿਗੁਰਾਂ ਹੁਕਮ ਕੀਤਾ। ਇੱਕ ਤੰਬੂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਪਰਮ ਪਵਿੱਤਰ ਵੱਡੇ ਸਤਿਗੁਰਾਂ ਦੀਆਂ ਬਾਣੀ ਦੀਆਂ ਜਿਹੜੀਆਂ ਸੈਂਚੀਆਂ ਨੇ ਲੈ ਕਰਕੇ ਆਪ ਬੈਠਣਗੇ। ਦੂਸਰੇ ਤੰਬੂ ਦੇ ਅੰਦਰ ਕਾਗਜ਼ ਦਾ ਪ੍ਰਬੰਧ ਕਰਵਾ ਕੇ, ਸਿਆਹੀ ਤੇ ਕਲਮਾਂ ਤਿਆਰ ਕਰਵਾ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਬਿਠਾਉਣਗੇ। ਇਸ ਜਗ੍ਹਾ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਾਰੀਆਂ ਸਫਾਈਆਂ ਹੋ ਚੁੱਕੀਆਂ ਨੇ, ਕਨਾਤਾਂ ਲੱਗ ਚੁੱਕੀਆਂ, ਤੰਬੂ ਲੱਗ ਚੁੱਕੇ ਹਨ, ਫਿਰ ਇਹ ਸੈਂਚੀਆਂ ਦੀ ਜਿਹੜੀ ਪਾਲਕੀ ਸਤਿਗੁਰੂ ਪਾਤਸ਼ਾਹ ਉਸ ਪਾਵਨ ਸਥਾਨ 'ਤੇ ਲੈ ਕੇ ਪਹੁੰਚੇ ਨੇ। ਉਸ ਤੰਬੂ ਦੇ ਅੰਦਰ, ਜਿਸ ਤੰਬੂ ਵਿੱਚ ਵੱਡੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਹੈ, ਉਸ ਵਿੱਚ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਬੈਠਦੇ ਨੇ। ਦੂਸਰਾ ਤੰਬੂ ਨਾਲ ਲੱਗਿਆ ਹੋਇਆ ਬਿਲਕੁਲ ਨਜ਼ਦੀਕ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਨਾਨਕ ਜੀ ਦਾ ਧਿਆਨ ਰੱਖ ਕੇ ਗੁਰੂ ਨਾਨਕ ਸਾਹਿਬ ਦੀ ਪਾਵਨ ਜਿਹੜੀ ਬਾਣੀ ਨੂੰ ਆਪਾਂ ਇਕੱਤਰ ਕਰਨਾ, ਤੇ ਇਹ ਕਾਰਜ ਤੁਹਾਡੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਕਰਵਾਉਣਗੇ। ਹਰ ਜਸ ਲਿਖੈ ਬੇਅੰਤ ਸੋਹ ਹੈ ਸੇ ਹੱਥਾ। ਤੁਹਾਡੇ ਇਹ ਪਰਮ ਪੂਜਨੀਕ ਜਿਹੜੇ ਹਸਤ ਕਮਲ ਸੋਭਨੀਕ ਹੋਣਗੇ, ਜਦੋਂ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਬਾਣੀ ਇਹਨਾਂ ਹੱਥਾਂ ਨਾਲ ਲਿਖੀ ਜਾਵੇਗੀ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਤੰਬੂ ਦੇ ਵਿੱਚੋਂ ਬੜੇ ਪਿਆਰ, ਸਤਿਕਾਰ, ਅਦਬ ਦੇ ਨਾਲ, ਬੜੀ ਮਿੱਠੀ ਆਵਾਜ਼ ਧੁਨੀ ਦੇ ਨਾਲ
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉਚਾਰਨ ਕਰਦੇ ਨੇ। ਇੱਕ ਓੰਕਾਰ ਤੋਂ ਜਿਹੜਾ ਜਪਜੀ ਸਾਹਿਬ ਦੀ ਆਰੰਭਤਾ ਸਤਿਗੁਰੂ ਪਾਤਸ਼ਾਹ ਨੇ ਕੀਤੀ ਹੈ। ਭਾਈ ਗੁਰਦਾਸ ਸਾਹਿਬ ਦੀ ਜਿਹੜੀ ਕਲਮ, ਉੱਥੇ ਅਗੰਮੀ ਕਲਮਾਂ ਚੱਲਦੀਆਂ ਨੇ। ਸਮਾਂ ਬੜਾ ਸੀਮਤ ਹੁੰਦਾ, ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਦੇ ਵਕਤ ਤੱਕ ਇਹ ਬਾਣੀ ਲਿਖਾਈ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਬਾਣੀ ਉਚਾਰਦੇ, ਭਾਈ ਗੁਰਦਾਸ ਸਾਹਿਬ ਜੀ ਕਲਮ ਬੰਦ ਕਰੀ ਜਾਂਦੇ ਨੇ। ਫਿਰ ਸਾਧ ਸੰਗਤ ਜੀ ਉਸ ਤੋਂ ਬਾਅਦ ਸੋਦਰ ਦੇ ਜਿਹੜੇ ਸ਼ਬਦ ਹਨ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਏ। ਸੋਹਲੇ ਦੀ ਪਾਵਨ ਜਿਹੜੀ ਬਾਣੀ ਹੈ, ਇਹ ਸਤਿਗੁਰਾਂ ਨੇ ਦਰਜ ਕਰਵਾਈ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਸ਼੍ਰੋਮਣੀ ਜਿਹੜਾ ਰਾਗ ਸ੍ਰੀ ਰਾਗ ਤੋਂ ਇੱਥੋਂ ਰਾਗਾਂ ਦੀ ਆਰੰਭਤਾ ਕੀਤੀ। ਜਦੋਂ ਭਾਈ ਗੁਰਦਾਸ ਸਾਹਿਬ ਜੀ ਬਾਣੀ ਲਿਖਦੇ ਜਾ ਰਹੇ ਨੇ, ਜਿੱਥੇ ਸ਼ਬਦ ਦੀ ਪੌੜੀ ਦੀ ਸੰਪੂਰਨਤਾ ਹੁੰਦੀ, ਉੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਕੇ ਮੋਹਰ ਛਾਪ ਸਤਿਗੁਰੂ ਲਗਵਾਉਂਦੇ ਨੇ। ਅੱਜ ਜਦੋਂ ਭਾਈ ਗੁਰਦਾਸ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਣ ਲੱਗੇ ਨੇ, ਤੇ ਭਗਤਾਂ ਦੀ ਬਾਣੀ ਵਿੱਚ ਸ਼ਬਦ ਦੇ ਅੰਤ ਉੱਤੇ ਜਾ ਕੇ ਭਗਤ ਦਾ ਨਾਮ ਲਿਖਿਆ ਜਾਂਦਾ। ਇਹ ਕਿਹੜੇ ਭਗਤ ਦੀ ਬਾਣੀ ਹੈ? ਭਾਈ ਗੁਰਦਾਸ ਸਾਹਿਬ ਜੀ ਦੇ ਮਨ ਵਿੱਚ ਕੋਈ ਸ਼ੰਕਾ ਬਣ ਗਈ। ਸਤਿਗੁਰੂ ਜੀ ਵੱਡੇ ਸਤਿਗੁਰਾਂ ਦੀ ਬਾਣੀ ਤਾਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਏ ਨੇ। ਇਹ ਜਿਹੜੇ ਭਗਤਾਂ ਦੀ ਬਾਣੀ ਲਿਖਾਉਂਦੇ, ਕੋਈ ਭਗਤ 500 ਸਾਲ ਪਹਿਲਾਂ ਹੋ ਚੁੱਕਿਆ, ਕੋਈ 200 ਸਾਲ ਪਹਿਲਾਂ ਹੋ ਚੁੱਕਿਆ, ਕੋਈ ਗੁਰੂ ਨਾਨਕ ਜੀ ਦਾ ਸਮਕਾਲੀ ਹੋਇਆ। ਇਹ ਬਾਣੀ ਸਤਿਗੁਰਾਂ ਕੋਲ ਕਿੱਥੋਂ ਆ ਗਈ? ਬੇਨਤੀ ਕੀਤੀ, ਮਹਾਰਾਜ ਇਹ ਮਨ ਦਾ ਸ਼ੰਕਾ ਦੂਰ ਕਰ ਦਿਓ। ਮਨ ਵਿੱਚ ਬਹੁਤ ਵੱਡਾ ਇਹ ਸ਼ੰਕਾ ਬਣ ਗਿਆ। ਗਰੀਬ ਨਵਾਜ਼ ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ ਜੀ ਜਿਹੜਾ ਤੁਹਾਡਾ ਮਿਥਿਆ ਹੋਇਆ ਸਮਾਂ ਹੈ ਬਾਣੀ ਲਿਖਣ ਵਾਸਤੇ ਆਉਂਦੇ ਹੋ, ਕੱਲ੍ਹ ਨੂੰ 2 ਘੜੀਆਂ ਮਿਥੇ ਸਮੇਂ ਤੋਂ ਪਹਿਲਾਂ ਆ ਜਾਣਾ। ਤੁਹਾਡੇ ਮਨ ਦੀ ਤਸੱਲੀ ਗੁਰੂ ਨਾਨਕ ਸਾਹਿਬ ਜੀ ਆਪ ਕਰਵਾਉਣਗੇ। ਜਦੋਂ ਦੂਸਰੇ ਦਿਨ ਅੰਮ੍ਰਿਤ ਵੇਲੇ ਤੰਬੂ ਦੇ ਵਿੱਚ ਸਤਿਗੁਰਾਂ ਦੇ ਆਉਣ ਲੱਗੇ ਭਾਈ ਗੁਰਦਾਸ ਜੀ, ਤਾਂ ਕੀ ਵੇਖਦੇ ਨੇ? ਸਤਿਗੁਰਾਂ ਦੇ ਦੁਆਲੇ ਕੁਝ ਐਸੀਆਂ ਰੂਹਾਂ ਘੇਰਾ ਘੱਤ ਕਰਕੇ ਬੈਠੀਆਂ। ਚਿੱਟੇ ਇਹਨਾਂ ਦੇ ਵਸਤਰ ਪਏ ਨੇ, ਚਿੱਟੇ ਲੰਬੇ ਦਾੜੇ ਨੇ, ਚਿਹਰੇ ਦਗ ਦਗ ਕਰਦੇ ਨੇ। ਇਹ 15 ਸਰੀਰ ਸਤਿਗੁਰਾਂ ਦੇ ਦੁਆਲੇ ਬੈਠੇ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮਹਾਰਾਜ ਇਹ ਰੂਹਾਂ ਕੌਣ ਨੇ? ਦਿਵ ਰੂਪ ਜਾਪਦੇ ਨੇ। ਸਤਿਗੁਰੂ ਕਹਿੰਦੇ ਇਹਨਾਂ ਨੂੰ ਪੁੱਛ ਲਓ, ਦੱਸ ਦੇਣਗੇ। ਜਦੋਂ ਉਹਨਾਂ ਨੂੰ ਪੁੱਛਣਾ ਕੀਤਾ ਤੇ ਪਹਿਲੇ ਨੂੰ ਪੁੱਛਦੇ ਨੇ, ਤੁਹਾਡਾ ਕੀ ਨਾਮ ਹੈ, ਕਿੱਥੋਂ ਆਏ? ਤਾਂ ਭਗਤ ਕਬੀਰ ਸਾਹਿਬ ਜੀ ਬੋਲੇ ਨੇ, ਕਹਿੰਦੇ ਮੇਰਾ ਨਾਮ ਕਬੀਰ ਹੈ। ਦੂਸਰੇ ਕਹਿੰਦੇ ਮੇਰਾ ਨਾਮ ਫਰੀਦ ਹੈ। ਤੀਸਰੇ ਬੋਲਦੇ ਮੇਰਾ ਨਾਮ ਰਵਿਦਾਸ ਹੈ। ਚੌਥਾ ਕਹਿੰਦਾ ਮੇਰਾ ਨਾਮ ਧੰਨਾ ਹੈ। ਇਹ ਸਾਰੇ ਭਗਤ ਵਿਅਕਤੀਗਤ ਸਰੂਪ ਧਾਰਨ ਕਰਕੇ ਆਏ ਨੇ। ਕੋਈ ਅਤ ਕਥਨੀ ਨਹੀਂ। ਪਰਮਾਤਮਾ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਵਿੱਚ ਜਾ ਕੇ ਲੀਨ ਹੋ ਜਾਂਦੇ ਨੇ। ਆਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਉਗਾਹੀ ਹੈ। ਜਿੱਥੇ ਚਾਹੇ ਪਰਮਾਤਮਾ ਵਿਅਕਤੀਗਤ ਸਰੂਪ ਆਪਣੇ ਵੀ ਧਾਰਨ ਕਰ ਲੈਂਦਾ, ਤੇ ਭਗਤਾਂ ਦੇ ਸਰੂਪਾਂ ਨੂੰ ਕਿਵੇਂ ਨਹੀਂ ਪ੍ਰਗਟ ਕਰ ਸਕਦਾ। ਉੱਥੇ ਇਹ 15 ਭਗਤ ਜਿਹੜੇ ਸਤਿਗੁਰਾਂ ਦੇ ਦੁਆਲੇ ਬੈਠੇ ਹੋਏ ਵੇਖੇ, ਆਪਸ ਵਿੱਚ ਫਿਰ ਡੰਡੌਤ ਬੰਦਨਾ ਭਾਈ ਸਾਹਿਬ ਗੁਰਦਾਸ ਜੀ ਅਤੇ ਭਗਤਾਂ ਨੇ ਕੀਤੀ। ਇਹ ਭਗਤ ਕਹਿਣ ਲੱਗੇ, ਸਾਨੂੰ ਪਤਾ ਲੱਗਿਆ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਕਲਯੁਗ ਦੇ ਅੰਦਰ ਬੋਹੇ ਥੇ ਜਿਹੜੇ ਜਹਾਜ਼ ਗੁਰਬਾਣੀ ਦਾ ਤਿਆਰ ਕਰਵਾ ਰਹੇ ਨੇ, ਤੇ ਅਸੀਂ ਆਪਣੀ ਬਾਣੀ ਦਰਜ ਕਰਵਾਉਣ ਵਾਸਤੇ ਆਏ ਹਾਂ। ਤਸੱਲੀ ਹੋ ਗਈ। ਪੈਰਾਂ ਤੋਂ ਲੈ ਕੇ ਸਿਰ ਤੱਕ ਭਾਈ ਗੁਰਦਾਸ ਸਾਹਿਬ ਜੀ ਦਾ ਸਰੀਰ ਕੰਬ ਉੱਠਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਤੇ ਧੰਨ ਤੇਰੇ ਪਿਆਰੇ ਭਗਤ ਗੁਰਸਿੱਖ ਹਨ। ਚਾਰੇ ਗੁਰਸਿੱਖਾਂ ਦੀ ਬਾਣੀ ਸਤਿਗੁਰੂ ਪਾਤਸ਼ਾਹ ਨੇ ਦਰਜ ਕੀਤੀ। ਭੱਟ ਸਾਹਿਬਾਨਾਂ ਦੀ ਜਿਹੜੀ ਬਾਣੀ ਦਰਜ ਕੀਤੀ ਹੈ, ਇਸ ਪ੍ਰਕਾਰ ਬਾਣੀ ਨੂੰ ਤਰਤੀਬ ਨਾਲ ਲਿਖਦੇ ਜਾਂਦੇ ਨੇ। ਇੱਕ ਹੋਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਬਾਣੀ ਲਿਖਦੇ ਸਨ, ਤਾਂ ਜਿਸ ਵੇਲੇ ਵੱਡੇ ਸਤਿਗੁਰੂ ਪਾਤਸ਼ਾਹ ਦੀ ਕੋਈ ਵਾਰ ਸਮਾਪਤ ਹੁੰਦੀ, ਉੱਥੇ ਕਲਮ ਭਾਈ ਗੁਰਦਾਸ ਜੀ ਤੋਂ ਫੜ ਕੇ ਆਪ 2 ਅੱਖਰ ਲਿਖਦੇ ਸੀ, ਸੱਸੇ ਔਂਕੜ ਤੇ ਧੱਦੇ ਔਂਕੜ ਸੁਧ। ਤੇ ਇਹ ਜਿਹੜਾ ਇਹਦਾ ਇਸ ਪ੍ਰਕਾਰ ਭਾਵ ਹੈ ਕਿ ਵੱਡੇ ਸਤਿਗੁਰਾਂ ਦੀ ਬਾਣੀ ਨਰੋਲ ਸ਼ੁੱਧ ਹੈ। ਕੋਈ ਕਲਮ ਚੁੱਕ ਕੇ ਗੁਰਬਾਣੀ ਦੀ ਸੁਧਾਈ ਕਰਨ ਨੂੰ ਨਾ ਤੁਰ ਪਵੇ। ਜਿਹੜੀ ਵਾਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਪਣੀ ਕੋਈ ਪੌੜੀ ਆ ਜਾਂਦੀ, ਆਪਣਾ ਕੋਈ ਸ਼ਲੋਕ ਆ ਜਾਂਦਾ, ਸ਼ਬਦ ਆਉਂਦਾ,
ਤੇ ਉੱਥੇ ਸਤਿਗੁਰੂ ਮਗਰ ਉਹਦੇ ਲਿਖਿਆ ਕਰਦੇ ਸੁਧ ਕੀਚੇ। ਇਹਦਾ ਭਾਵ ਹੈ ਕਿ ਸੁਧ ਕੀਚੇ ਕੀਤੀ ਹੋਈ ਬਾਣੀ ਹੈ। ਵੱਡੇ ਸਤਿਗੁਰਾਂ ਦੀ ਬਾਣੀ ਨੂੰ ਅਸੀਂ ਸੁਧ ਨਹੀਂ ਕਰ ਸਕਦੇ, ਨਿਰੋਲ ਸ਼ੁੱਧ ਹੈ। ਤੇ ਜਿਹੜੀ ਆਪਣੀ ਇਹ ਬਾਣੀ ਕੋਈ ਸ਼ਲੋਕ ਪੌੜੀ ਸਾਡੀ ਵਿੱਚ ਦਰਜ ਹੋਈ, ਇਹ ਸੁਧ ਕੀਚੇ ਕਰਕੇ ਲਿਖੀ ਹੈ। ਕੋਈ ਕਲਮ ਨਾ ਉਠਾਵੇ ਜੀ ਇੱਥੇ ਬਿੰਦੀਆਂ ਲੱਗਣੀਆਂ ਚਾਹੀਦੀਆਂ, ਇਹ ਵਿਆਕਰਨ ਦੇ ਅਨੁਸਾਰ ਆ ਹੋਣਾ ਚਾਹੀਦਾ। ਵਿਆਕਰਨਾਂ ਆਪਣੀਆਂ ਟੀਕਿਆਂ ਵਿੱਚ ਰੱਖ ਲਓ, ਪੋਥੀਆਂ ਵਿੱਚ ਰੱਖੀ ਰੱਖੋ। ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੱਕ ਬਿੰਦੀ ਲਾਉਣ ਦਾ ਕਿਸੇ ਨੂੰ ਹੱਕ ਨਹੀਂ ਹੈ। ਇਹ ਸਤਿਗੁਰੂ ਪਾਤਸ਼ਾਹ ਦੋ ਜਿਹੜੇ ਸ਼ਬਦ ਸੀ ਆਪ ਕਲਮ ਦੇ ਨਾਲ ਲਿਖਿਆ ਕਰਦੇ। ਸੋ ਸਾਧ ਸੰਗਤ ਜਦੋਂ ਇਸ ਤਰ੍ਹਾਂ ਤਰਤੀਬਵਾਰ ਗੁਰਬਾਣੀ ਲਿਖਾਂਦੇ ਮੁੰਦਾਵਣੀ ਦੇ ਕੋਲ ਪਹੁੰਚੇ ਨੇ। ਮੁੰਦਾਵਣੀ ਲਿਖੀ ਗਈ ਤੇ ਇੰਨੇ ਸਮੇਂ ਨੂੰ ਜਿਹੜੇ ਰਾਗ ਨੇ ਖਾਸਟ ਰਾਗ ਉਨ ਗਾਏ, ਸੰਗ ਰਾਗਣੀ 30 ਸਭੈ ਪੁੱਤਰ ਰਾਗਨ ਕੇ 18 10 20। ਇਹ ਜਿਹੜੇ ਰਾਗ ਹਨ ਇਹ ਆਪਣੇ ਪਰਿਵਾਰਾਂ ਸਮੇਤ ਸਤਿਗੁਰਾਂ ਦੇ ਕੋਲ ਆ ਪਹੁੰਚੇ ਨੇ। ਜਿਵੇਂ ਕੋਈ ਡਾਕਟਰ ਹੋਵੇ ਆਪਣੇ ਹਸਪੀਟਲ ਨੂੰ ਬੰਦ ਕਰਨ ਲੱਗਿਆ ਹੋਵੇ, ਐਮਰਜੈਂਸੀ ਕੋਈ ਕੇਸ ਆ ਜਾਵੇ, ਕੋਈ ਡਾਕਟਰ ਇੰਨਾ ਨਿਰਦਈ ਨਹੀਂ ਹੁੰਦਾ ਕਿ ਉਹ ਦਰਵਾਜ਼ਾ ਨਾ ਖੋਲ੍ਹੇ, ਦਰ ਦੇ ਉੱਤੋਂ ਮਰੀਜ਼ ਨੂੰ ਮੋੜ ਦੇਵੇ। ਸਤਿਗੁਰੂ ਪਾਤਸ਼ਾਹ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਨ ਲੱਗੇ ਨੇ ਤਾਂ ਉਸ ਵੇਲੇ ਰਾਗ ਪਹੁੰਚ ਗਏ। ਮਹਾਰਾਜ ਇਹ ਜਿਹੜਾ ਕਲਯੁਗ ਦਾ ਸਮਾਂ, ਇਹਦੇ ਅੰਦਰ ਲੋਕਾਂ ਨੇ ਸਾਡੇ ਅੰਗ ਤੋੜ ਦਿੱਤੇ ਨੇ। ਨਾ ਕੋਈ ਰਾਗਾਂ ਦੇ ਮੁਤਾਬਕ ਬਾਣੀ ਨੂੰ ਗਾਉਂਦਾ ਹੈ, ਨਾ ਕਿਸੇ ਨੂੰ ਰਾਗਾਂ ਦੇ ਸਮੇਂ ਦਾ ਪਤਾ ਹੈ। ਮਹਾਰਾਜ ਕਿਰਪਾ ਕਰੋ ਸਾਡੀ ਜਿਹੜੇ ਰਾਗਾਂ ਦੇ ਨਾਮ ਵੀ ਦਰਜ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਰਾਗ ਹਨ। ਸਤਿਗੁਰੂ ਪਾਤਸ਼ਾਹ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਕਹਿੰਦੇ ਭਾਈ ਗੁਰਦਾਸ ਜੀ ਕੋਲ ਜਾਓ, ਆਪਣੇ ਨਾਮ ਆਪਣੀਆਂ ਪਤਨੀਆਂ ਪੁੱਤਰਾਂ ਦੇ ਨਾਮ ਜਾ ਕੇ ਦਰਜ ਕਰਵਾ ਲਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਨਾਲ ਭਾਈ ਗੁਰਦਾਸ ਜੀ ਨੇ ਫਿਰ ਜਿਹੜੀ ਰਾਗ ਮਾਲਾ ਹੈ, ਇੱਕੋ ਕਾਗਜ਼ ਹੈ, ਇੱਕੋ ਸਿਆਹੀ ਹੈ, ਇੱਕੋ ਜਿਹੜੀ ਕਲਮ ਹੈ ਤੇ ਇੱਕੋ ਹੀ ਸਾਧ ਸੰਗਤ ਤੋਂ ਲਿਖਾਈ ਲਿਖੀ ਹੋਈ ਹੈ। ਉਸ ਵੇਲੇ ਰਾਗਾਂ ਦੇ ਨਾਮ ਪੁੱਛ ਕੇ ਰਾਗਾਂ ਦੀ ਮਾਲਾ ਪੰਗਤੀ ਬਣਾਈ। ਇਹ ਸਾਰੀ ਰਾਗ ਮਾਲਾ ਜਿਹੜੀ ਹੈ ਉਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਲ ਉੱਥੇ ਦਰਜ ਕਰਵਾਈ। ਇਸ ਗ੍ਰੰਥ ਸਾਹਿਬ ਦੇ ਅੰਦਰ ਕੁਝ ਜਿਹੜੇ ਅੰਗ ਪੱਤਰੇ ਸਨ ਉਹ ਖਾਲੀ ਛੱਡੇ ਸਨ ਕਿ 10ਵੇਂ ਸਰੂਪ ਦੇ ਵਿੱਚ ਜਾ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਦਰਜ ਕੀਤੀ ਜਾਵੇਗੀ। ਰਹੋ ਵਿਚਾਰ ਸਾਧ ਸੰਗਤ, ਜਦੋਂ ਇਹ ਗ੍ਰੰਥ ਸਾਹਿਬ ਜੀ ਤਿਆਰ ਹੋ ਗਏ ਉਸ ਵੇਲੇ ਫਿਰ ਲਾਹੌਰ ਵੱਲ ਨੂੰ ਜਿਲਦ ਬੰਨਣ ਵਾਸਤੇ ਗ੍ਰੰਥ ਸਾਹਿਬ ਭੇਜੇ ਗਏ ਨੇ। ਉੱਥੋਂ ਜਿਲਦ ਤਿਆਰ ਹੋ ਕਰਕੇ ਇਹ ਸਰੂਪ ਰਾਮਸਰ ਦੀ ਪਾਵਨ ਧਰਤੀ ਤੇ ਆਏ ਨੇ। ਅੱਜ ਦਾ ਜਿਹੜਾ ਦਿਹਾੜਾ ਹੈ ਸਤਿਗੁਰੂ ਪਾਤਸ਼ਾਹ ਇਸ ਦਿਹਾੜੇ ਦੀ ਬੜੀ ਇੰਤਜ਼ਾਰ ਕਰਦੇ ਨੇ, ਬੜੀ ਉਡੀਕ ਕਰਦੇ ਨੇ ਕਿ ਕਦੋਂ ਇਸ ਪਾਵਨ ਗੁਰਬਾਣੀ ਨੂੰ ਕਿਹੜੀ ਜਗ੍ਹਾ ਤੇ ਜਾ ਕਰਕੇ ਪ੍ਰਕਾਸ਼ ਕਰਨਾ ਕਰੀਏ। ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਪੁੱਛਦੇ ਨੇ, ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋ, ਕਿਰਪਾ ਕਰਕੇ ਦੱਸੋ ਇਸ ਪਾਵਨ ਬਾਣੀ ਦਾ ਪ੍ਰਕਾਸ਼ ਕਿੱਥੇ ਹੋਵੇ। ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਆਪ ਜੀ ਨੇ ਬਾਣੀ ਦੇ ਅੰਦਰ ਲਿਖਿਆ, ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ਤੁਸਾਂ ਨੇ ਹੀ ਬਾਣੀ ਵਿੱਚ ਲਿਖਿਆ, ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ ਬੱਧੋ ਪੁਰਖ ਵਧਾਤੈ ਤਾਂ ਤੂੰ ਸੋਹਿਆ। ਆਪ ਜੀ ਨੇ ਬਾਣੀ ਵਿੱਚ ਲਿਖਿਆ, ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਜੇ ਬਾਣੀ ਦੇ ਬਰਾਬਰ ਨਹੀਂ ਕੋਈ ਬਾਣੀ ਹੋ ਸਕਦੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਰਾਬਰ ਕੋਈ ਮੰਦਰ ਨਹੀਂ ਹੋ ਸਕਦਾ, ਕੋਈ ਸਥਾਨ ਨਹੀਂ ਹੋ ਸਕਦਾ। ਇਸ ਲਈ ਇਹ ਪਾਵਨ ਜਿਹੜੀ ਗੁਰਬਾਣੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮਹਾਰਾਜ ਆਪ ਜੀ ਪ੍ਰਕਾਸ਼ ਕਰੋ। ਬਾਬਾ ਜੀ ਦੀ ਰਸਨਾ ਤੋਂ ਸੁਣਨਾ ਹੀ ਸੀ ਸਤਿਗੁਰਾਂ ਨੇ। ਉਸੇ ਵੇਲੇ ਨਿਰਣਾ ਲਿਆ ਕਿ ਕੱਲ੍ਹ ਨੂੰ ਅੰਮ੍ਰਿਤ ਵੇਲੇ ਸਾਰੀਆਂ ਤਿਆਰੀਆਂ ਕੀਤੀਆਂ ਜਾਣ। ਉਸ ਰਾਮਸਰ ਪਾਵਨ ਪਵਿੱਤਰ ਅਸਥਾਨ 'ਤੇ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਬੁਲਾਇਆ। ਸੰਗਤਾਂ ਫੁੱਲਾਂ ਦੀਆਂ ਮਾਲਾ ਫੁੱਲਾਂ ਦੇ ਸਿਹਰੇ ਲੈ ਕਰਕੇ ਪਹੁੰਚੀਆਂ ਨੇ। ਸਾਰਾ ਅਸਥਾਨ ਫੁੱਲਾਂ ਦੀਆਂ ਮਾਲਾ ਨਾਲ ਢੱਕ ਦਿੱਤਾ ਗਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਜਾਵਟਾਂ ਕੀਤੀਆਂ ਗਈਆਂ। ਜਿੰਨਾ ਰਸਤਾ ਹੈ ਸਾਰਾ ਰਾਮਸਰ ਤੋਂ ਹਰਿਮੰਦਰ ਸਾਹਿਬ ਜੀ ਤੱਕ ਇਹ ਪਾਣੀ ਦੇ ਛਿੜਕਾਅ ਕਰਕੇ ਸੰਗਤਾਂ ਨੇ ਸਫਾਈਆਂ ਕੀਤੀਆਂ। ਫੁੱਲ ਲੈ ਕੇ ਸੰਗਤਾਂ ਖੜੀਆਂ ਨੇ। ਫਿਰ ਸਤਿਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਰਾ ਨਿਰਣਾ ਲਿਆ ਮਨ ਵਿੱਚ, ਇਹ ਸਾਰੀ ਜਿਹੜੀ ਸੇਵਾ ਹੈ ਇਸ ਪਾਵਨ ਗੁਰਬਾਣੀ ਨੂੰ ਪ੍ਰਕਾਸ਼ ਕਰਨਾ, ਸੁਖ ਆਸਣ ਕਰਨਾ, ਸੰਗਤਾਂ ਨੂੰ ਬਾਣੀ ਸੁਣਾਉਣੀ, ਇਹ ਸੇਵਾ ਕਿਹਨੂੰ ਦਿੱਤੀ ਜਾਵੇ। ਬੇਦੀਆਂ ਦੀ ਕੁੱਲ ਵੱਲ ਨਜ਼ਰ ਮਾਰੀ ਹੈ ਤੇ ਤ੍ਰਿਹਣਾ ਦੀ ਕੁੱਲ ਵੇਖੀ, ਭੱਲਿਆਂ ਦੀ ਕੁੱਲ, ਸੋਢੀਆਂ ਦੀ ਕੁੱਲ ਵੱਲ ਨਜ਼ਰ ਮਾਰੀ ਤੇ ਮਨ ਵਿੱਚ ਖਿਆਲ ਆਇਆ ਵੀ ਇਹਨਾਂ ਨੂੰ ਆਪਣੀ ਜਾਤੀ ਦਾ ਵੀ ਅਭਿਮਾਨ ਹੈ ਤੇ ਮਨ ਵਿੱਚ ਕੁਝ ਸੂਖਮ ਐਸਾ ਹੰਕਾਰ ਵੀ ਇਹਨਾਂ ਦੇ ਵਸਿਆ ਹੋਇਆ। ਇਹ ਜਿਹੜੀ ਵਸਤੂ ਇਹ ਤਾਂ ਸੇਵਕ ਦੀ ਵਸਤੂ ਹੈ। ਸੇਵਕ ਕੌਣ ਹੋ ਸਕਦਾ ਜਿਹਨੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖੀ ਲੈ ਕੇ ਅੱਜ ਤੱਕ ਸਿੱਖੀ ਨੂੰ ਕਮਾਉਂਦੇ ਆ ਰਹੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗਾ ਬ੍ਰਹਮ ਗਿਆਨੀ, ਨਿਮਰਤਾ ਦੀ ਹੱਦ ਦੂਸਰਾ ਕੋਈ ਸੇਵਕ ਨਹੀਂ ਹੋ ਸਕਦਾ। ਫਿਰ ਬਾਬਾ ਜੀ ਦੀ ਸਤਿਗੁਰਾਂ ਨੇ ਮਨ ਵਿੱਚ ਚੋਣ ਕੀਤੀ ਹੈ। ਰਾਮਸਰ ਦੇ ਪਾਵਨ ਸਥਾਨਾਂ ਤੋਂ ਸਤਿਗੁਰਾਂ ਨੇ ਕਿਹਾ, ਬਾਬਾ ਜੀ ਇਹ ਪਾਵਨ ਗੁਰਬਾਣੀ ਦਾ ਸਰੂਪ ਤੁਹਾਡੇ ਸੀਸ ਤੇ ਹੋਵੇਗਾ। ਬਾਬਾ ਬੁੱਢਾ ਸਾਹਿਬ ਜੀ ਨੂੰ ਸਾਧ ਸੰਗਤ ਜੀ ਸੰਗਤਾਂ ਨੇ ਸਿਹਰਿਆਂ ਦੇ ਨਾਲ, ਫੁੱਲਾਂ ਦੇ ਨਾਲ ਲੱਦ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਦੇ ਉੱਤੇ ਸਿਹਰੇ ਪਾਏ ਗਏ, ਫੁੱਲਾਂ ਦੀ ਵਰਖਾ ਸੰਗਤਾਂ ਕਰਦੀਆਂ। ਉਸ ਵੇਲੇ ਚੌਰ ਸਾਹਿਬ ਦੀ ਸੇਵਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਕਰਦੇ ਨੇ। ਨਗਰ ਕੀਰਤਨ ਰੂਪ ਦੇ ਅੰਦਰ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪੁੱਜਦੀਆਂ ਨੇ। ਜਿਸ ਵੇਲੇ ਗੁਰਬਾਣੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਿਆਂਦਾ ਗਿਆ ਤੇ ਸਤਿਗੁਰੂ ਪਾਤਸ਼ਾਹ ਨੇ ਬਾਬਾ ਜੀ ਨੂੰ ਬਚਨ ਕਹੇ ਸਨ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ, ਹੁਕਮਨਾਮਾ ਸ਼ਰਵਣ ਕਰਵਾਓ, ਸਾਰਾ ਪੰਥ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੁਹਾਡੀ ਰਸਨਾ ਤੋਂ ਸੁਣਨਗੀਆਂ। ਤੇ ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਨੂੰ 7 ਬਚਨ ਕਰਕੇ ਮੰਨਿਆ। ਆਦਬ ਸੰਗ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਆਪਣੀ ਰਸਨਾ ਤੋਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਪਿਆਰ ਸਤਿਕਾਰ ਨਾਲ ਇਹ ਸ਼ਬਦ ਉਚਾਰਨ ਕਰਨ ਲੱਗੇ, ਹੁਕਮਨਾਮਾ ਕੀ ਆਉਂਦਾ ਹੈ, ਸੋਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਜਿਹੜੇ ਅੱਜ ਦਾ ਦਿਹਾੜਾ ਹੈ, ਉਸ ਵੇਲੇ 1661 ਬਿਕਰਮੀ ਭਾਦਰੋਂ ਸੁਦੀ ਏਕਮ ਦਾ ਦਿਹਾੜਾ ਸੀ। ਅੱਜ ਦੇ ਦਿਨ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੋਇਆ। ਫਿਰ ਸਤਿਗੁਰੂ ਪਾਤਸ਼ਾਹ ਨੇ ਉਸੇ ਦਿਨ ਤੋਂ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਆਪ ਬਣਾਉਣਾ ਕੀਤੀ ਕਿ ਬਾਬਾ ਜੀ ਇੱਥੇ ਗੁਰਬਾਣੀ ਦਾ ਕੀਰਤਨ ਲਗਾਤਾਰ ਨਿਰੰਤਰ ਹੋਣਾ ਚਾਹੀਦਾ। ਜਿੰਨੀ ਦੇਰ ਗੁਰਬਾਣੀ ਪ੍ਰਕਾਸ਼ ਹੋਵੇਗੀ ਉਹ ਉਨੀ ਦੇਰ ਗੁਰਬਾਣੀ ਦਾ ਕੀਰਤਨ ਹੁੰਦਾ ਰਹੇ। ਅੰਮ੍ਰਿਤ ਵੇਲੇ ਜਦੋਂ ਗੁਰਬਾਣੀ ਕੋਠਾ ਸਾਹਿਬ ਤੋਂ ਆਇਆ ਕਰੇਗਾ ਸਤਿਗੁਰੂ ਦਾ ਸਰੂਪ, ਉਸ ਤੋਂ ਪਹਿਲਾਂ ਚੌਂਕੀ ਲੱਗ ਜਾਵੇ, ਆਸਾ ਦੀ ਵਾਰ ਆਰੰਭ ਹੋਣੀ ਚਾਹੀਦੀ ਹੈ। ਜਿਹੜੀ ਅੱਜ ਮਰਜ਼ਾਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਿਰੰਤਰ ਚੱਲ ਰਹੀ ਹੈ, ਇਹ ਆਪ ਪਰਮੇਸ਼ਰ ਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਾਇਮ ਕੀਤੀ ਹੋਈ ਹੈ। ਕਈ ਵਾਰੀ ਮਨ ਵਿੱਚ ਸ਼ੰਕੇ ਹੋ ਜਾਂਦੇ ਕਿ ਕਈ ਪੁੱਛਦੇ ਨੇ ਸੱਜਣ ਜੀ ਇੱਥੋਂ ਦੀ ਮਰਜ਼ਾਦਾ ਕਿਹੜੀ ਚੱਲਦੀ ਹੈ। ਜਿਹੜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਚਲਾ ਦਿੱਤੀ ਸੰਗਤ ਜੀ, ਉਹ ਮਰਜ਼ਾਦਾ ਚੱਲਦੀ ਹੈ। ਚੌਂਕੀਆਂ ਦੇ ਸਮੇਂ ਵੰਡੇ, ਅਰਦਾਸਾਂ ਦੇ ਸਮੇਂ ਸਤਿਗੁਰਾਂ ਨੇ ਸਾਰੇ ਨਿਸ਼ਚਿਤ ਕੀਤੇ ਤੇ ਸਾਧ ਸੰਗਤ ਜੀ ਫਿਰ ਸੁਖ ਆਸਣ ਦੇ ਵਾਸਤੇ ਕੋਠਾ ਸਾਹਿਬ ਦੀ ਚੋਣ ਕੀਤੀ। ਬੜਾ ਲੰਬਾ ਇਤਿਹਾਸ ਹੈ। ਉੱਥੇ ਫਿਰ ਆਪਣਾ ਆਸਣ ਸਤਿਗੁਰਾਂ ਨੇ ਥੱਲੇ ਪਲੰਘ ਦੇ ਭੁੰਜੇ ਲਾਇਆ। ਇਹਦੇ ਵਿੱਚੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਅਸੀਂ ਵੀ ਘਰਾਂ ਵਿੱਚ ਸਹਿਜ ਪਾਠ, ਅਖੰਡ ਪਾਠ ਕਰਵਾਉਂਦੇ, ਕਈ ਵਾਰੀ ਤੇ ਦੇਖਣ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭੁੰਜੇ ਪ੍ਰਕਾਸ਼ ਕਰ ਲੈਂਦੇ ਤੇ ਆਲੇ ਦੁਆਲੇ ਕੁਰਸੀਆਂ ਲਾ ਕੇ ਜਿਹੜੇ ਕੁਝ ਲੋਕ ਉੱਚੀ ਥਾਵੇਂ ਬਹਿ ਜਾਂਦੇ ਨੇ। ਸਮਝਿਆ ਕਰੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜਾ ਸਤਿਕਾਰ ਕਰਨਾ ਸਾਨੂੰ ਸਿਖਾਇਆ। ਜਿਹੜੀ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਦਾ ਸਰੂਪ ਪ੍ਰਕਾਸ਼ ਹੋਵੇ, ਉੱਚੀ ਜਗ੍ਹਾ ਤੇ ਹੋਵੇ,
ਪਹਿਲੀ ਗੱਲ ਉੱਥੇ ਕੋਈ ਕੁਰਸੀ ਨੇੜੇ ਨਹੀਂ ਲੱਗਣੀ ਚਾਹੀਦੀ। ਜੇ ਕੋਈ ਮਜਬੂਰੀ ਬਣਦੀ ਤੇ ਬਾਹਰ ਜਾ ਕੇ ਲਾ ਸਕਦੇ ਹੋ। ਸਾਧ ਸੰਗਤ ਜੀ, ਇਹ ਸਤਿਕਾਰ ਕਰਨਾ ਸਤਿਗੁਰਾਂ ਨੇ ਸਾਨੂੰ ਸਿਖਾਇਆ। ਅੱਜ ਗੁਰਬਾਣੀ ਦਾ ਅਦਬ ਸਤਿਕਾਰ ਸਾਡੇ ਮਨਾਂ 'ਚੋਂ ਵਿਸਰਦਾ ਜਾਂਦਾ। ਇਸ ਲਈ ਕੱਖਾਂ ਤੋਂ ਖਾਲੀ ਹੋ ਕੇ ਰਹਿ ਗਏ, ਲੜਾਈਆਂ ਝਗੜੇ ਵਿਵਾਦਾਂ ਦਾ ਕਾਰਨ ਵਿੱਚ ਫਸ ਗਏ ਹਾਂ। ਗੁਰਬਾਣੀ ਤੇ ਜੇ ਉਹੀ ਸਾਡੀ ਭਾਵਨਾ ਅੱਜ ਬਣ ਜਾਵੇ, ਕਿਹੜੀ ਵਸਤੂ, ਕਿਹੜਾ ਪਦਾਰਥ, ਕਿਹੜੀ ਅਵਸਥਾ, ਕਿਹੜੀ ਬਖਸ਼ਿਸ਼ ਉਹ ਨਹੀਂ ਜਿਹੜੀ ਸਾਡੀ ਝੋਲੀ ਵਿੱਚ ਨਾ ਪਵੇ। ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਇਹ ਜਿਹੜੀ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਜ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਇਹ ਗੁਰਪੁਰਬ ਬੜੀ ਹੀ ਪਿਆਰ ਸ਼ਰਧਾ ਸਤਿਕਾਰ ਨਾਲ ਸੰਗਤਾਂ ਮਨਾ ਰਹੀਆਂ ਨੇ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਮਨਾਂ ਅੰਦਰ ਸ਼ਰਧਾ ਭਾਵਨਾ ਤੇ ਵਿਸ਼ਵਾਸ ਜਿਹੜਾ ਹੈ ਉਹ ਬਣਾਈ ਰੱਖਣ, ਤਾਂ ਕਿ ਅਸੀਂ ਗੁਰੂ ਦੇ ਦਰ ਤੋਂ ਝੋਲੀਆਂ ਭਰ ਕੇ ਜਾ ਸਕੀਏ। ਸੋ ਸਾਧ ਸੰਗਤ ਜੀ, ਆਓ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਰਮ ਪਵਿੱਤਰ ਉਪਦੇਸ਼ ਹੁਕਮਨਾਮਾ ਸਾਹਿਬ ਸਾਨੂੰ ਬਖਸ਼ਿਆ ਹੈ, ਉਸ ਦੀ ਵਿਚਾਰ ਕੁਝ ਕੁ ਸਮੇਂ ਵਾਸਤੇ ਕਰ ਲੈਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਨਾਵਾ। ਜੈਤ ਸਰੀ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਮਜ਼ਲੂਮਾਂ ਦੇ ਰਾਖੇ, ਮਹਾਨ ਤਿਆਗ ਵੈਰਾਗ ਤੇ ਅਨੁਰਾਗ ਸਵਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਜੂ ਰਾਖ ਲੇਹੋ ਪਤ ਮੇਰੀ। ਇਹ ਪਰਮ ਪਵਿੱਤਰ ਜਿਹੜੇ ਉਪਦੇਸ਼ ਹਨ ਸਤਿਗੁਰੂ ਪਾਤਸ਼ਾਹ ਦੇ ਜੈਤ ਸਰੀ ਰਾਗ ਦੇ ਤਿੰਨ ਜਿਹੜੇ ਸ਼ਬਦ ਹਨ, ਇਹ ਤਿੰਨੇ ਸ਼ਬਦ ਸਤਿਗੁਰਾਂ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਉਚਾਰਨ ਕੀਤੇ। ਜਦੋਂ ਕਾਸ਼ੀ ਤੋਂ ਹੁੰਦੇ ਹੋਏ ਸਤਿਗੁਰੂ ਪਟਨਾ ਸਾਹਿਬ ਪਹੁੰਚੇ ਨੇ, ਉੱਥੇ ਇਹ ਪਰਮ ਪਵਿੱਤਰ ਸ਼ਬਦ ਉਸ ਵੇਲੇ ਉਚਾਰੇ ਜਦੋਂ ਸੰਗਤਾਂ ਨੇ ਸਤਿਗੁਰਾਂ ਨੂੰ ਦੀਵਾਨ ਵਿੱਚ ਬੈਠ ਕੇ ਕੁਝ ਬੇਨਤੀਆਂ ਕੀਤੀਆਂ ਨੇ। ਇਹ ਜਿਹੜਾ ਸ਼ਬਦ ਸਤਿਗੁਰਾਂ ਨੇ ਉਸ ਵੇਲੇ ਉਚਾਰਿਆ ਜਦੋਂ ਸਿੱਖਾਂ ਨੇ ਕਿਹਾ, ਮਹਾਰਾਜ ਸਾਡੇ ਮਨਾਂ ਦੇ ਵਿੱਚੋਂ ਮੌਤ ਦਾ ਜਿਹੜਾ ਡਰ ਹੈ ਉਹ ਨਹੀਂ ਜਾਂਦਾ ਹੈ। ਮੈਂ ਨਾ ਮਰੋ ਮਰਬੋ ਸੰਸਾਰਾ, ਸਾਰੀ ਜਿੰਨੀ ਦੁਨੀਆ ਮਰਨ ਤੋਂ ਡਰਦੀ ਹੈ। ਦੇਵਤੇ ਅਧਿਆਕਸ਼ ਦੇਵਤੇ ਸਾਰੇ ਮੌਤ ਦੇ ਅਧੀਨ ਪਰਮਾਤਮਾ ਨੇ ਕਰਕੇ ਰੱਖੇ ਨੇ। ਇਹ ਜਿਹੜਾ ਮੌਤ ਦਾ ਡਰ ਹੈ ਮਹਾਰਾਜ, ਇਹ ਕਿਵੇਂ ਦੂਰ ਹੋਵੇ? ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਪਰਮਾਤਮਾ ਦੇ ਸਨਮੁਖ ਅਰਦਾਸ ਕਰਿਆ ਕਰੋ, ਬੇਨਤੀ ਕਰਿਆ ਕਰੋ। ਮਹਾਰਾਜ ਸਾਨੂੰ ਤੇ ਬੇਨਤੀ ਕਰਨੀ ਨਹੀਂ ਆਉਂਦੀ ਹੈ, ਅਰਦਾਸ ਕਰਨ ਦਾ ਢੰਗ ਨਹੀਂ ਆਉਂਦਾ ਹੈ, ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਜੀ ਕਹਿੰਦੇ, ਇਉਂ ਬੇਨਤੀ ਕਰ, ਹਰ ਜੋ ਰਾਖ ਲਿਹੋ ਪਤ ਮੇਰੀ। ਹੇ ਹਰਿਆਂ ਕਰਨ ਵਾਲੇ ਹਰੀ, ਜੂ ਦਾ ਅਰਥ ਜੀ ਹੈ। ਪਟਨਾ ਸਾਹਿਬ ਦੇ ਇਲਾਕੇ ਦੇ ਅੰਦਰ ਅਸੀਂ ਜੀ ਕਹਿੰਦੇ, ਉਹ ਜੂ ਕਹਿੰਦੇ ਨੇ ਸਤਿਕਾਰ ਵਜੋਂ। ਤੇ ਇਸ ਲਈ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਕਹਿੰਦੇ, ਹਰੀ ਪਰਮਾਤਮਾ ਜੀ ਮੇਰੀ ਜਿਹੜੀ ਪਤ ਆਬਰੂ ਹੈ, ਪਤ ਇੱਜ਼ਤ ਹੈ, ਉਹ ਰੱਖ ਲੈਣੀ ਕਰੋ। ਇਸ ਮਾਤ ਲੋਕ ਦੇ ਅੰਦਰ ਵੀ ਤੁਸੀਂ ਮੇਰੀ ਮੱਤ ਤੇ ਪੱਤ ਦੇ ਰਾਖੇ ਹੋ, ਤੇ ਪਰਲੋਕ ਵਿੱਚ ਵੀ ਮੇਰੀ ਪੱਤ ਨੂੰ ਤੁਸੀਂ ਰੱਖਣ ਵਾਲੇ ਹੋ। ਪਰਮਾਤਮਾ ਵਾਹਿਗੁਰੂ ਜੀ ਕਿਰਪਾ ਕਰੋ, ਮੇਰੀ ਜਿਹੜੀ ਐਸੀ ਪੱਤ ਇੱਜ਼ਤ ਹੈ ਆਪ ਜੀ ਕਿਰਪਾ ਕਰਕੇ ਬਰਕਰਾਰ ਰੱਖ ਲੈਣੀ ਕਰੋ। ਜਮ ਕੋ ਤਰਾਸ ਭਇਓ ਉਰ ਅੰਤਰ। ਜਿਹੜੇ ਧਰਮ ਰਾਜਾ ਹੈ, ਧਰਮ ਦਾ ਨਿਆਂ ਕਰਨ ਵਾਲਾ, ਇਹਨੇ ਅੱਗੇ ਜਮ ਰੱਖੇ ਹੋਏ ਨੇ। ਜਮਾਂ ਦੇ ਅੱਗੇ ਨੌਕਰ ਦੂਤ ਮੰਨੇ ਜਾਂਦੇ ਨੇ। ਜਿਹੜੇ ਜਿੰਦ ਨਮਾਣੀ ਕੱਢੀਏ ਹੱਡਾਂ ਕੋ ਕੜਕਾਏ, ਜਿਹੜੇ ਜਿੰਦ ਨੂੰ ਕੱਢ ਕੇ ਸੂਖਮ ਸਰੀਰ ਨੂੰ ਲੈ ਕੇ ਤੁਰਦੇ ਨੇ, ਉਹ ਜਿਹੜਾ ਐਸਾ ਜਮਾਂ ਦਾ ਦੂਤਾਂ ਦਾ ਤਰਾਸ ਡਰ ਹੈ, ਉਹ ਉਰ ਅੰਤਰ ਮੇਰੇ ਹਿਰਦੇ ਦੇ ਅੰਦਰ ਭਇਓ ਬਣ ਚੁੱਕਿਆ, ਪੈ ਚੁੱਕਿਆ ਹੈ। ਕਿਉਂਕਿ ਬੰਦਾ ਜਦੋਂ ਪਾਪ ਕਰਦਾ ਤੇ ਫਿਰ ਉਹਦਾ ਹਿਰਦਾ ਅੰਦਰੋਂ ਪਾਪ ਜਿਹੜੇ ਕੰਬਣ ਲਾ ਦਿੰਦੇ ਨੇ। ਉਹ ਬੰਦਾ ਡਰਦਾ ਜਿਹਨੇ ਪਾਪ ਕੀਤੇ ਮੈਂ ਮਰਾਂ ਨਾ। ਜਿਹੜੇ ਜਨਮ ਸਵਾਰ ਕੇ ਜਾਂਦੇ ਉਹ ਤੇ ਮੌਤ ਨੂੰ ਉਡੀਕਦੇ ਨੇ।
ਕਦੋਂ ਸਰੀਰ ਵੱਲੋਂ ਖਹਿੜਾ ਛੁੱਟੇ, ਕਦੋਂ ਮੈਂ ਆਪਣੇ ਗੁਰੂ ਪਰਮਾਤਮਾ ਦੀ ਗੋਦ ਵਿੱਚ ਜਾਵਾਂ। ਤੇ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਮਾਂ ਦੇ ਦੂਤਾਂ ਦਾ ਤਰਾਸ ਜਿਹੜਾ ਡਰ ਹੈ ਉਹ ਮੇਰੇ ਔਰ ਹਿਰਦੇ ਦੇ ਅੰਦਰ ਬਹੁਤ ਹੀ ਜ਼ਿਆਦਾ ਪ੍ਰਗਟ ਹੋ ਚੁੱਕਿਆ, ਬਣ ਚੁੱਕਿਆ ਹੈ। ਸ਼ਰਨ ਗਹੀ ਕਿਰਪਾ ਨਿਧ ਤੇਰੀ, ਹੇ ਕਿਰਪਾ ਦੇ ਨਿਧ ਖਜ਼ਾਨੇ, ਕਿਰਪਾ ਦੇ ਸਮੁੰਦਰ ਹਰੀ ਪਰਮਾਤਮਾ ਜੀ, ਮੈਂ ਆਪ ਜੀ ਦੀ ਸ਼ਰਨ ਜਿਹੜੀ ਗਹੀ ਗ੍ਰਹਿਣ ਕੀਤੀ ਹੈ, ਸ਼ਰਨ ਪਾਏ ਹੋਏ ਨੂੰ ਰੱਖ ਲੈਣਾ ਕਰੋ। ਰਹਾਉ ਵਿਸਰਾਮ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਦੇ ਹਨ। ਮਹਾਪਤਿਤ ਮੁਗਧ ਲੋਭੀ ਫੁਨ, ਐਸੀ ਬੇਨਤੀ ਕਰਨੀ ਗੁਰਸਿੱਖਾ, ਤੂੰ ਕਿੰਨੇ ਵੀ ਉੱਚੇ ਜੀਵਨ ਵਾਲਾ ਕਿਉਂ ਨਾ ਹੋਵੇਂ, ਕਦੇ ਆਪਣਾ ਆਪਾ ਨਹੀਂ ਜਨਾਉਣਾ। ਇਹ ਕਹਿਣਾ ਮਹਾਪਤਿਤ, ਪਤਿਤ ਦਾ ਅਰਥ ਹੁੰਦਾ ਬਹੁਤ ਹੀ ਨੀਚਾਂ ਤੋਂ ਨੀਚ। ਮਹਾਰਾਜ ਮੈਂ ਨੀਵਿਆਂ ਤੋਂ ਨੀਵਾਂ ਹਾਂ। ਮੁਗਧ ਦਾ ਅਰਥ ਮੇਰੇ ਕੋਲ ਸ਼ਾਸਤਰਾਂ ਦਾ, ਗ੍ਰੰਥਾਂ ਦਾ ਵੀ ਕੋਈ ਗਿਆਨ ਨਹੀਂ ਹੈ। ਲੋਭੀ ਫੁੰਨ ਦਾ ਅਰਥ ਹੈ ਪਦਾਰਥਾਂ ਦੇ ਅੰਦਰ ਮੇਰੀ ਜਿਹੜੀ ਬਿਰਤੀ ਬੜੀ ਲੁਭਾਏਮਾਨ ਹੋ ਗਈ, ਪਦਾਰਥ ਇਕੱਠੇ ਕਰਨ ਵਾਸਤੇ ਲੱਗ ਗਿਆ ਹਾਂ। ਕਰਤ ਪਾਪ ਅਬਹਾਰਾ, ਦੁਨੀਆ ਦੇ ਅੰਦਰ ਕੋਈ ਇਹੋ ਜਿਹਾ ਪਾਪ ਨਹੀਂ, ਚਾਹੇ ਸਮਾਨ ਪਾਪ ਹੋਵੇ, ਚਾਹੇ ਬੱਜਰ ਪਾਪ, ਜਿਹੜਾ ਮੈਂ ਕੀਤਾ ਨਾ ਹੋਵੇ। ਸਾਰੇ ਪਾਪ ਮਹਾਰਾਜ ਮੈਂ ਕੀਤੇ ਨੇ। ਅੱਜ ਮੇਰੀ ਆਹ ਹਾਲਤ ਬਣ ਗਈ, ਮੈਂ ਪਾਪੀ ਬੰਦਾ, ਪਾਪ ਕਰ ਕਰਕੇ ਹਾਰ ਗਿਆ, ਹੰਭ ਗਿਆ ਹਾਂ, ਥੱਕ ਜਾਣਾ ਕੀਤਾ ਹਾਂ। ਭੈ ਮਰਬੇ ਕੋ ਬਿਸਰਤ ਨਾਹਿਨ, ਜਿਹੜਾ ਮਰਨ ਦਾ ਭੈ ਕਹੀਏ ਡਰ ਹੈ, ਮੇਰੇ ਅੰਦਰ ਦਿਲ ਦੇ ਵਿੱਚ ਵਸ ਚੁੱਕਿਆ, ਹਿਰਦੇ ਦੇ ਵਿੱਚ ਲੀਨ ਹੋ ਚੁੱਕਿਆ ਹੈ, ਇਹ ਕਦੇ ਵੀ ਬਿਸਰਤ ਨਾਹਿਨ, ਭੁੱਲਣਾ ਨਹੀਂ ਕਰਦਾ। ਮਹਾਰਾਜ ਦਿਨੇ ਵੀ ਮੌਤ ਯਾਦ ਆਈ ਜਾਂਦੀ, ਰਾਤ ਨੂੰ ਸੁਪਨੇ ਵਿੱਚ ਮੌਤ ਤੋਂ ਡਰ ਲੱਗੀ ਜਾਂਦਾ। ਇਹ ਮਰਨ ਦਾ ਡਰ ਮੈਨੂੰ ਭੁੱਲਦਾ ਨਹੀਂ ਹੈ। ਇਹ ਚਿੰਤਾ ਤਨ ਜਾਰਾ, ਇਹ ਜਿਹੜੀ ਐਸੀ ਚਿੰਤਾ ਹੈ, ਇਹ ਮੇਰੇ ਸਰੀਰ ਨੂੰ ਜਾਰਾ ਸਾੜੀ ਜਾਂਦੀ, ਅੰਦਰੋਂ ਜਾਲੀ ਜਾਂਦੀ ਹੈ। ਬਾਹਰਲੀ ਸਮਾਨ ਅੱਗ ਬਾਹਰੋਂ ਸਰੀਰ ਨੂੰ ਸਾੜਦੀ, ਚਿੰਤਾ ਦੀ ਅਗਨੀ ਅੰਦਰੋਂ ਅੰਦਰੀ ਬੰਦੇ ਨੂੰ ਸਾੜੀ ਜਾਵੇਗੀ। ਚਿੰਤਾ ਕੋਈ ਵੀ ਹੋ ਸਕਦੀ, ਪਰਿਵਾਰਾਂ ਦੀ, ਕੋਈ ਆਪਣੇ ਸਰੀਰ ਦੇ ਰੋਗ ਦੀ ਚਿੰਤਾ ਹੋ ਸਕਦੀ ਬੰਦੇ ਨੂੰ। ਜਦੋਂ ਕੋਈ ਚਿੰਤਾ ਲੱਗ ਜਾਂਦੀ ਤੇ ਅੰਦਰੋਂ ਇਹ ਬੰਦੇ ਨੂੰ ਖਤਮ ਕਰਨ ਲੱਗ ਜਾਂਦੀ ਹੈ। ਇਹ ਜਿਹੜਾ ਮੌਤ ਦਾ ਡਰ ਹੈ, ਇਹਦੇ ਕਰਕੇ ਮਨ ਵਿੱਚ ਬੜੀ ਚਿੰਤਾ ਲੱਗੀ ਰਹਿੰਦੀ, ਪਤਾ ਨਹੀਂ ਕੀ ਹਾਲ ਹੋਵੇਗਾ, ਕਿਵੇਂ ਉੱਥੇ ਕੜਾਹਿਆਂ ਦੇ ਵਿੱਚ ਤਪਾਇਆ ਜਾਵੇਗਾ, ਤੱਤੇ ਥੰਮਾਂ ਨਾਲ ਜੱਫੀਆਂ ਪਵਾਈਆਂ ਜਾਣਗੀਆਂ, ਕਿਵੇਂ ਜਵਾਂ ਦੀਆਂ ਮਾਰਾਂ ਨੂੰ ਉੱਥੇ ਸਾਧ ਸੰਗਤ ਝੱਲਿਆ ਜਾਵੇਗਾ। ਵੱਡਾ ਹੁਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਪਤਾ ਨਹੀਂ ਕਿੱਡੇ ਮੋਟੇ ਸੰਗਲ ਪਾ ਕੇ ਉੱਥੇ ਖਿੱਚਾ ਤੋਹੀ ਕੀਤੀ ਜਾਵੇਗੀ। ਸੂਖਮ ਸਰੀਰ ਨਾਲ ਹੋਣਾ ਸਭ ਕੁਝ ਹੈ। ਮਤਾਂ ਕੋਈ ਕਹੇ ਕਿਹਨੇ ਦੇਖਿਆ, ਅੱਗਾ ਕੋਈ ਨਹੀਂ। ਜੋ ਗੁਰਬਾਣੀ ਵਿੱਚ ਲਿਖਿਆ ਕਦੇ ਝੂਠ ਨਹੀਂ ਹੋਵੇਗਾ। ਬੰਦੇ ਦੀ ਮੱਤ ਛੋਟੀ ਹੈ, ਅਭਿਆਸ ਨਹੀਂ, ਕਮਾਈ ਨਹੀਂ, ਸਿਮਰਨ ਉਹਨਾਂ ਨਹੀਂ ਹੁੰਦਾ, ਇਸ ਲਈ ਉੱਥੋਂ ਤੱਕ ਪਹੁੰਚਿਆ ਨਹੀਂ ਜਾਂਦਾ। ਬੰਦਾ ਕਹਿੰਦਾ ਮੁੱਕਰੀ ਜਾਓ, ਸਿਮਰਨ ਆਪ ਨਹੀਂ ਕੀਤਾ, ਅਭਿਆਸ ਆਪ ਨਹੀਂ ਕਰ ਸਕਿਆ, ਅਵਸਥਾ ਆਪਣੀ ਨਹੀਂ ਬਣਾ ਸਕਿਆ, ਤੇ ਦੋਸ਼ ਗੁਰੂ ਤੇ ਲਾਉਣ ਲੱਗ ਜਾਂਦਾ। ਇਹ ਸਾਡੀ ਹਾਲਤ ਹੋ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਐਸੀ ਜਿਹੜੀ ਇਹ ਚਿੰਤਾ ਹੈ, ਇਹਨੇ ਸਾਡਾ ਅੰਦਰੋਂ ਸਰੀਰ ਜਿਹੜਾ ਜਾਰਾ ਜਾਲਣਾ ਸ਼ੁਰੂ ਕਰ ਦਿੱਤਾ, ਸਾੜਾ ਲਾ ਦਿੱਤਾ ਹੈ। ਕੀਏ ਉਪਾਵ ਮੁਕਤ ਕੇ ਕਾਰਨ, ਮੁਕਤੀ ਦੀ ਪ੍ਰਾਪਤੀ ਵਾਸਤੇ, ਕੇਵਲ ਮੋਕਸ਼ਤਾ ਲੈਣ ਵਾਸਤੇ ਬੜੇ ਉਪਾਵ ਯਤਨ ਕੀਤੇ। ਜਲ ਧਾਰੇ ਕਰਦਾ ਰਿਹਾ, ਧੂਣੀਆਂ ਤਾਉਂਦਾ ਰਿਹਾ, ਪੁੱਠੇ ਲਟਕਦਾ ਰਿਹਾ, ਭੁੱਖਾ ਬੈਠਦਾ ਰਿਹਾ ਜੰਗਲਾਂ ਵਿੱਚ ਜਾ ਕੇ। ਬੜੇ ਯਤਨ ਕੀਤੇ ਵੀ ਮੈਂ ਮੁਕਤ ਹੋ ਜਾਵਾਂ। ਦਹ ਦਿਸ ਕਉ ਉਠ ਧਾਇਆ, ਫਿਰ ਉੱਠ ਕਰਕੇ ਜਦੋਂ ਗੱਲ ਨਹੀਂ ਬਣੀ, ਫਿਰ ਦਸੋ ਦਿਸ਼ਾ ਵੱਲ ਨੂੰ ਧਾਇਆ, ਦੌੜ ਪਿਆ। ਉੱਤਰ, ਦੱਖਣ, ਪੂਰਬ ਤੇ ਪੱਛਮ, ਚਾਰ ਇਹਨਾਂ ਦੀਆਂ ਕੋਨਾਂ 8 ਬਣ ਗਏ। 9ਵਾਂ ਪਤਾਲ ਤੇ 10ਵਾਂ ਆਕਾਸ਼, ਇਹਨੂੰ ਦਸੋ ਦਿਸ ਕਹਿੰਦੇ ਨੇ।
ਇਸ ਲਈ ਦਹਿ ਦਿਸ ਕੋ ਉਠ ਧਾਇਆ, ਦਸੋ ਦਿਸ਼ਾਵਾਂ ਦੇ ਵੱਲ ਨੂੰ ਉੱਠ ਕਰਕੇ ਬੜੀ ਤੇਜ਼ੀ ਨਾਲ ਧਾਇਆ, ਦੌੜ ਪਿਆ ਹੈ ਜੀਵ। ਘਟ ਹੀ ਭੀਤਰ ਬਸੈ ਨਿਰੰਜਨ, ਉਹ ਜਿਹੜਾ ਨਿਰੰਜਨ ਮਾਇਆ ਦੀ ਕਾਲਖ ਤੋਂ ਸੁੱਧ ਸਰੂਪ ਹੈ, ਨਰੋਲ ਉਜਲ ਸਰੂਪ ਪਰਮਾਤਮਾ, ਉਹ ਤਾਂ ਜੀਵ ਤੇਰੇ ਘਟ ਹਿਰਦੇ ਦੇ ਅੰਦਰ ਹੀ ਵਸ ਰਿਹਾ ਹੈ। ਤਾਕੋ ਮਰਮ ਨਾ ਪਾਇਆ, ਇਸ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦਾ ਮਰਮ ਜਿਹੜਾ ਭੇਦ ਸੀ ਤੂੰ ਪਾਉਣਾ ਨਹੀਂ ਕੀਤਾ, ਜੰਗਲਾਂ ਵਿੱਚ ਲੱਭਦਾ ਰਿਹਾ, ਉਹ ਤਾਂ ਅੰਦਰ ਹੀ ਬੈਠਾ ਹੈ। ਪਤਾਲਾਂ ਵਿੱਚ ਉਤਰ ਗਿਆ, ਗੋਤਾਖੋਰ ਬਣ ਕੇ ਵੀ ਹੇਠੋਂ ਰੱਬ ਨੂੰ ਲੱਭ ਲਵਾਂਗਾ, ਉਹ ਤਾਂ ਹਿਰਦੇ ਵਿੱਚ ਸੀ। ਆਕਾਸ਼ਾਂ ਵੱਲ ਉੱਡ ਗਿਆ, ਚੰਦਰਮਾ ਤਾਰਿਆਂ ਤੱਕ ਬ੍ਰਹਮੰਡਾਂ ਤੱਕ ਚਲਿਆ ਗਿਆ, ਉਹ ਪਰਮਾਤਮਾ ਤੇ ਤੇਰੇ ਅੰਦਰ ਹੀ ਬੈਠਾ ਸੀ। ਉਹਦਾ ਮਰਮ ਜਿਹੜਾ ਭੇਦ ਤੂੰ ਪਾਉਣਾ ਨਹੀਂ ਕੀਤਾ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਨਾ ਤਾਂ ਤੇਰੇ ਕੋਲੋਂ ਕੋਈ ਜ਼ਿੰਦਗੀ ਵਿੱਚ ਐਸਾ ਚੰਗਾ ਦੇਵੀ ਗੁਣ ਪਰਉਪਕਾਰ ਦਾ ਕੋਈ ਕਾਰਜ ਹੋਇਆ, ਤੇ ਨਾ ਇਸ ਪ੍ਰਕਾਰ ਕੋਈ ਤੇਰੇ ਕੋਲੋਂ ਬੋਲ ਕਰਕੇ ਜਪ ਹੋਏ ਨੇ। ਨਾ ਸਰੀਰ ਨੂੰ ਤਪਾਉਣਾ, ਗੁਰੂ ਦੇ ਸਥਾਨਾਂ ਤੇ ਸੇਵਾ ਕਰਨੀ, ਗੁਰ ਸੇਵਾ ਤਪਾਂ ਸਿਰ ਤਪਸਾਰ, ਇਹ ਮਹਾਨ ਤਪਾਂ ਦਾ ਤਪ ਹੈ। ਸੇਵਾ ਨਹੀਂ ਕਰ ਸਕਿਆ ਗੁਰੂ ਸਥਾਨਾਂ ਤੇ ਜਾ ਕੇ ਸੰਗਤਾਂ ਦੀ, ਬੋਲ ਕੇ ਬਾਣੀ ਦਾ ਜਾਪ ਨਹੀਂ ਹੋਇਆ ਤੇਰੇ ਕੋਲੋਂ, ਦੇਵੀ ਗੁਣ ਜ਼ਿੰਦਗੀ ਵਿੱਚ ਇਕੱਠੇ ਨਹੀਂ ਹੋਏ। ਕੌਣ ਕਰਮ ਅਬ ਕੀਜੈ, ਮਹਾਰਾਜ ਜੀ ਦੱਸੋ ਮੈਂ ਹੁਣ ਕਿਹੜਾ ਕਰਮ ਜ਼ਿੰਦਗੀ ਦੇ ਅੰਦਰ ਕਰਨਾ ਕਰਾਂ। ਨਾਨਕ ਹਾਰ ਪਰਿਓ ਸਰਣਾਗਤ, ਹੇ ਪਰਮਾਤਮਾ ਵਾਹਿਗੁਰੂ, ਮੈਂ ਆਪ ਦੀ ਸ਼ਰਨਾਗਤ ਸ਼ਰਨ ਵਿੱਚ ਆ ਕੇ ਪ੍ਰਾਪਤ ਹੋ ਗਿਆ ਹਾਂ ਤੇ ਹਾਰ ਪਰਿਓ ਹੰਭ ਗਿਆ ਹਾਂ। ਮੇਰੇ ਦੋਵੇਂ ਹੱਥ ਖੜੇ ਹੋ ਗਏ ਨੇ, ਬੜੇ ਯਤਨ ਕਰ ਕਰਕੇ ਥੱਕ ਗਿਆ, ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਡਿੱਗ ਪਿਆ ਹਾਂ। ਅਪੈ ਦਾਨ ਪ੍ਰਭ ਦੀਜੈ, ਹੇ ਪਰਮਾਤਮਾ ਵਾਹਿਗੁਰੂ, ਮੈਨੂੰ ਅਭੈਤਾ ਪਦਵੀ ਦਾ ਦਾਨ ਦੀਜੈ ਦੇਣਾ ਕਰੋ। ਅਭੈਤਾ ਪਦਵੀ ਮਿਲਦੀ ਪਰਮਾਤਮਾ ਦਾ ਨਾਮ ਜਪ ਕੇ, ਮੈਨੂੰ ਨਾਮ ਦਾ ਦਾਨ ਦਿਓ। ਨਾਮ ਜਪਣ ਵਾਲਾ ਮੁਕਤ ਹੈ, ਨਾਮ ਜਪਣ ਵਾਲਾ ਮੌਤ ਨੂੰ ਉਡੀਕਦਾ ਹੈ, ਨਾਮ ਜਪਣ ਵਾਲਾ ਸਾਧ ਸੰਗਤ ਜਮਾਂ ਦੀ ਮਾਰ ਤੋਂ ਬਚ ਜਾਂਦਾ। ਪਰਮੇਸ਼ਰ ਦਾ ਨਾਮ ਹੀ ਸ਼੍ਰੋਮਣੀ ਹੈ, ਉਹ ਅਭੈਤਾ ਪਦਵੀ ਦੇਵੇਗਾ। ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣਾ ਸੁੱਚਾ ਤੇ ਉੱਚਾ ਨਾਮ ਦੇ ਦਿਓ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਪਟਨਾ ਸਾਹਿਬ ਦੀ ਪਾਵਨ ਸੰਗਤ ਨੂੰ ਉਚਾਰਨ ਕਰਕੇ ਸੰਬੋਧਨ ਹੋ ਕਰਕੇ ਬਖਸ਼ਿਸ਼ ਕੀਤੇ। ਅੱਜ ਸਮੁੱਚੀਆਂ ਸਾਨੂੰ ਸੰਗਤਾਂ ਨੂੰ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਕਿਰਪਾ ਕਰਨ ਸਤਿਗੁਰੂ ਜੀ ਸੁੰਦਰ ਵਿਚਾਰਾਂ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ, ਸਮੁੱਚੀ ਕਾਇਨਾਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸਰਣਾਗਤ, ਅਪੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।